Welcome back to all my viewers on my YouTube channel. Today we are discuss about to the natural vegetation, wildlife and soil, part first of geography, class 10th, subject of social studies. ਕਾਫੀ ਸਮੇਂ ਬਾਅਦ ਤੋਂ ਅੱਜ ਅਸੀਂ ਇੱਕ ਚੈਪਟਰ ਬਾਰੇ ਡਿਸਕਸ ਕਰਾਂਗੇ ਜਿਹੜਾ ਕਿ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡੇ ਜੀਓਗ੍ਰਾਫੀ ਪਾਰਟ ਦਾ। ਡਿਸਕਸ ਕਰਦੇ ਹਾਂ ਜੀ ਇਹਦੇ ਬਾਰੇ। ਦੇਖੋ, ਚੈਪਟਰ ਦਾ ਨਾਮ ਹੈ ਨੈਚੁਰਲ ਵੈਜੀਏਸ਼ਨਸ, ਵਾਈਲਡ ਲਾਈਫ ਐਂਡ ਸੋਇਲ, ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ ਅਤੇ ਮਿੱਟੀ ਦੇ ਬਾਰੇ। ਇਹ ਚੈਪਟਰ ਦੇ ਬਾਰੇ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ, ਜਿਹਦੇ ਵਿੱਚ ਸਾਨੂੰ ਪਤਾ ਲੱਗੂਗਾ ਵੀ ਕਿਸ ਤਰੀਕੇ ਨਾਲ ਸਾਡੇ ਕੰਟਰੀ ਦੇ ਵਿੱਚ ਜਿਹੜੀਆਂ ਨੇ ਪ੍ਰੈਜੈਂਟ ਕਲਾਈਮੇਟਸ ਚੇਂਜ ਆਉਂਦੇ ਆ, ਜਾਂ ਡਾਇਰੈਕਟਲੀ ਜਿਹੜੀਆਂ ਚੀਜ਼ਾਂ ਨੇ ਉਹ ਨੈਚੁਰਲ ਵੈਜੀਏਸ਼ਨਸ ਜਿਹੜੇ ਨੇ ਕੰਟਰੀ ਨੂੰ ਉਹਨੂੰ ਇਫੈਕਟ ਕਰਦੇ ਨੇ। ਕਿਹੜੇ ਕਿਹੜੇ ਅਜਿਹੇ ਐਲੀਮੈਂਟਸ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਮਿੱਟੀ ਦੀਆਂ ਕਿਸਮਾਂ ਦੇ ਉੱਤੇ ਡਿਪੈਂਡ ਕਰਦੀ ਆ, ਪਾਣੀ ਕਿੱਥੋਂ ਮਿਲਦਾ ਵਾ, ਜਾਂ ਨੈਚੁਰਲ ਵੈਜੀਏਸ਼ਨ ਦੀ ਡਿਵੈਲਪਮੈਂਟ ਦੇ ਨਾਲ ਜੀਓਗ੍ਰਾਫੀਕਲ ਕਿੱਦਾਂ ਇਫੈਕਟ ਹੁੰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ। ਸਟਾਰਟਿੰਗ ਟੌਪਿਕ ਹੈ ਸਾਡਾ ਨੈਚੁਰਲ ਵੈਜੀਏਸ਼ਨ। ਸਾਰਿਆਂ ਨੂੰ ਪਤਾ ਵੀ ਕੁਦਰਤੀ ਬਨਸਪਤੀ ਕੀ ਹੁੰਦੀ ਹੈ। ਇਹਦੇ ਵਿੱਚ ਇਨਕਲੂਡਸ ਹੁੰਦੇ ਆ ਸਾਡੇ ਕੋਲ ਦਰਖਤ, ਪਲਾਂਟਸ, ਗਰਾਸ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਮੈਨ ਦੀਆਂ ਵਿਦਆਊਟ ਇੰਟਰਫੇਰੈਂਸ ਤੋਂ ਆਪਣੇ ਆਪ ਜਾਣੀ ਕਿ ਉੱਗ ਜਾਂਦੀਆਂ ਨੇ, ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ। ਜਿਵੇਂ ਪੰਜਾਬ ਦੇ ਵਿੱਚ ਸਫੈਦਾ ਮਿਲ ਜਾਂਦਾ ਵਾ, ਤਾਂ ਇੱਦਾਂ ਦੀਆਂ ਕਈ ਬਨਸਪਤੀਆਂ ਜਾਂ ਅਜਿਹੀਆਂ ਕੋਈ ਪੌਦੇ ਜਿਹੜੇ ਨੇ ਵਿਦਆਊਟ ਹਿਊਮਨ ਦੇ ਐਫਰਟਸ ਤੋਂ ਬਿਨਾਂ ਹੀ ਉੱਗ ਜਾਂਦੇ ਆ ਟਾਈਮ ਟੂ ਟਾਈਮ, ਜਾਂ ਸਪੈਸੀਫਿਕ ਏਰੀਆ ਉੱਤੇ ਸਪੈਸੀਫਿਕ ਟਾਈਮ ਦੇ ਵਿੱਚ ਉੱਗ ਜਾਂਦੇ ਆ। ਜਿਵੇਂ ਕਿ ਰਾਜਸਥਾਨ ਆ, ਉਹਦੇ ਵਿੱਚ ਬਰਸ਼ਿਸ ਉੱਗਦੀਆਂ ਨੇ, ਕੰਡੇਦਾਰ ਬਨਸਪਤੀਆਂ। ਪੰਜਾਬ ਦੇ ਵਿੱਚ ਸਫੈਦੇ ਜਾਂ ਕੋਈ ਇੱਦਾਂ ਦੇ ਹੋਰ, ਇਹ ਸਾਰਿਆਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵੈਜੀਏਸ਼ਨ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਆ ਵੀ ਵੈਜੀਏਸ਼ਨ ਡਿਵੈਲਪਡ ਕਿੱਦਾਂ ਹੁੰਦੀ ਹੈ, ਡਿਪੈਂਡ ਕਰਦਾ ਵਾ ਉੱਥੇ ਦੇ ਇਨਵਾਇਰਮੈਂਟ ਦੇ ਉੱਤੇ, ਲਾਈਫ ਸਰਕਲ ਦੇ ਉੱਤੇ, ਕੁਆਲਿਟੀਜ਼ ਦੇ ਉੱਤੇ। ਅਤੇ ਇਹ ਸਾਰੀਆਂ ਚੀਜ਼ਾਂ ਕੀ ਨੇ, ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ, ਅਤੇ ਸੀਜ਼ਨ ਟੂ ਸੀਜ਼ਨ ਜਿਹੜੇ ਨੇ ਇਹਨੂੰ ਅਡੈਪਟ ਕਰਨਾ ਪੈਂਦਾ ਵਾ। ਇਹ ਹਰੇਕ ਸਾਡੇ ਜਿਹੜਾ ਇਹ ਇੱਦਾਂ ਨਹੀਂ ਹੈ ਵੀ ਸਾਡੇ ਹਰੇਕ ਕੰਟਰੀ ਦੇ ਵਿੱਚ ਜਾਂ ਸਾਡੀ ਕੰਟਰੀ ਦੇ ਵਿੱਚ ਸਾਰੇ ਕਿਤੇ ਇਹ ਚੀਜ਼ਾਂ ਮਿਲਣਗੀਆਂ, ਨਹੀਂ। ਜਿੱਦਾਂ ਦਾ ਜਿੱਥੇ ਦਾ ਏਰੀਆ ਹੋਊਗਾ ਉਸ ਤਰ੍ਹਾਂ ਦੀ ਉੱਥੇ ਜਿਹੜੀ ਆ ਬਨਸਪਤੀ ਦੇਖਣ ਨੂੰ ਮਿਲ ਜਾਂਦੀ ਆ। ਤਾਂ ਇਹ ਏਰੀਆਜ਼ ਜਿਹੜੇ ਨੇ ਉਹਦੇ ਅਕੋਰਡਿੰਗ ਡਿਪੈਂਡ ਕਰਦੇ ਆ। ਜਿਵੇਂ ਕਈ ਏਰੀਏ ਵਿੱਚ ਇੰਡੀਆ ਦੇ ਵਿੱਚ ਕੀ ਨੇ ਵੀ ਸਮੁੰਦਰ ਜਾਂ ਨਹਿਰਾਂ ਜ਼ਿਆਦਾ ਨੇ, ਤਾਂ ਉੱਥੇ ਕੀ ਹੋਊਗੀ, ਜਿਹੜੀ ਸੁੰਦਰਬਨ ਜਾਂ ਹੋਰ ਇੱਦਾਂ ਦੀ ਬਨਸਪਤੀ ਜਿਹੜੇ ਪਾਣੀ ਦੇ ਨਾਲ ਬਣਦੀਆਂ ਨੇ ਉਹ ਵਾਲੀਆਂ ਬਹੁਤ ਜ਼ਿਆਦਾ ਉੱਗ ਜਾਂਦੀਆਂ ਨੇ। ਜਿਵੇਂ ਰਾਜਸਥਾਨ ਆ ਜਾਂਦਾ ਵਾ, ਉੱਥੇ ਕੰਢੇਦਾਰ ਬਨਸਪਤੀ ਉੱਗ ਜਾਂਦੀਆਂ ਨੇ। ਤਾਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਨਵਾਇਰਮੈਂਟਸ ਅਤੇ ਉਹਦੀਆਂ ਕੰਡੀਸ਼ਨਸ ਦੇ ਦੁਆਰਾ ਵੱਧਦੀਆਂ ਜਾਂ ਘੱਟਦੀਆਂ ਰਹਿੰਦੀਆਂ ਨੇ। ਅਤੇ ਇਹ ਟਾਈਮ ਟੂ ਟਾਈਮ ਜਿਹੜਾ ਵਾ ਇਹਨਾਂ ਦੀ ਗਰੋਥ ਜਾਂ ਇਹਨਾਂ ਦੀ ਰਿਡਕਸ਼ਨਸ ਜਾਂ ਲੈਂਡ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਉੱਤੇ ਡਿਪੈਂਡ ਕਰਦੀਆਂ ਨੇ। ਬਹੁਤ ਸਾਰੀਆਂ ਬਿਮਾਰੀਆਂ ਵੀ ਇਹਦੇ ਅਕੋਰਡਿੰਗ ਫੈਲਦੀਆਂ ਨੇ, ਠੀਕ ਹੈ। ਅਤੇ ਇਹੀ ਹਾਰਮਫੁਲ ਇਫੈਕਟਸ ਜਿਹੜਾ ਨੇ, ਜਿਵੇਂ ਪਾਣੀ ਦੇ ਨੇੜੇ ਵਾਲੀਆਂ ਜਿਹੜੇ ਬਨਸਪਤੀਆਂ ਹੁੰਦੀਆਂ ਨੇ ਉਹਦੇ ਵਿੱਚ ਕੁਛ ਅਜਿਹੇ ਪੌਦੇ ਉੱਗ ਜਾਂਦੇ ਆ ਜਿਹਦੇ ਨਾਲ ਪਾਣੀ ਦੇ ਰਿਸੋਰਸ ਖਰਾਬ ਹੁੰਦੇ ਆ। ਇਹਨੂੰ ਅਸੀਂ ਟੈਰਰ ਆਫ ਬੰਗਾਲ ਵੀ ਕਿਹਾ ਜਾਂਦਾ ਵਾ। ਤਾਂ ਇੱਦਾਂ ਦੇ ਕਈ ਪੌਦੇ ਵੀ ਨੇ ਜਿਹੜੇ ਕਿ ਸਾਡੀਆਂ ਚੀਜ਼ਾਂ ਨੂੰ ਖਰਾਬ ਵੀ ਕਰਦੇ ਆ। ਉਸ ਤੋਂ ਬਾਅਦ ਹੈ ਜਿਹੜੀ ਹੈ ਐਕਸਟੈਂਸ਼ਨਸ। ਇਹਦੇ ਵਿੱਚ ਬਾਕੀ ਸਾਰਾ ਕੁਛ ਇਹੀ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਕੁਛ ਕੁ ਬਿਮਾਰੀਆਂ ਜਿਹੜੀਆਂ ਨੇ ਸਾਨੂੰ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ। ਕੁਛ ਅਜਿਹੀਆਂ ਬਨਸਪਤੀਆਂ ਉੱਗ ਜਾਂਦੀਆਂ ਨੇ, ਜਾਂ ਜਿਹੜੇ ਸਾਡੇ ਫੋਰਨ ਕੰਟਰੀਜ਼ ਨੇ ਤਾਂ ਉੱਥੋਂ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਾਂ ਅਨਵਾਂਟਡ ਜਿਹੜੇ ਵੀਡਸ ਨੇ, ਜਾਂ ਕਹਿ ਦਿਓ ਵੀ ਘਾਹ ਨੇ, ਉਹ ਉੱਗ ਜਾਂਦੇ ਆ, ਜਿਹਦੇ ਨਾਲ ਸਾਡੀ ਆਪਣੀ ਬਨਸਪਤੀ ਜਿਹੜੀ ਉਹ ਖ਼ਰਾਬ ਹੋ ਰਹੀ ਆ। ਅਤੇ ਇਹਨੂੰ ਕਾਫੀ ਜ਼ਿਆਦਾ ਸਾਨੂੰ ਪੈਸਾ ਲਗਾ ਕੇ ਸਪੈਂਡ ਕਰਕੇ ਇਹਨਾਂ ਨੂੰ ਖ਼ਤਮ ਕਰਨਾ ਪੈਂਦਾ ਵਾ। ਤਾਂ ਇਸ ਕਰਕੇ ਇਹ ਜਿਹੜੀਆਂ ਸਾਡੀ ਕੰਟਰੀਜ਼ ਦੀਆਂ ਜਿਹੜੀਆਂ ਮੇਨ ਬਨਸਪਤੀਆਂ ਨੇ ਉਹਨੂੰ ਵੀ ਖ਼ਤਮ ਕਰਦੀਆਂ ਜਾ ਰਹੀਆਂ ਨੇ। ਤਾਂ ਸਾਨੂੰ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਪੈਂਦਾ ਵਾ, ਕਿਉਂਕਿ ਇਹ ਸਾਡੀ ਜਿਹੜੀਆਂ ਨੇ ਐਗਰੀਕਲਚਰਸ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਵੀ ਇਫੈਕਟ ਕਰਦੀਆਂ ਨੇ। ਐਕਸਟੈਂਸ਼ਨ ਆਫ ਨੈਚੁਰਲ ਵੈਜੀਏਸ਼ਨ ਇਹ ਡਿਪੈਂਡ ਕਰਦਾ ਵਾ ਵੀ ਕਿੱਦਾਂ ਦੀ ਹੈ। ਇਕਨੋਮਿਕ ਡਿਵੈਲਪਮੈਂਟ ਦੇ ਇਕੋਲੋਜਿਕ ਸਿਸਟਮ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਸਾਡੀ ਕੰਟਰੀ ਵਿੱਚ 33% ਜਿਹੜਾ ਲੈਂਡ ਕਵਰ ਏਰੀਆ ਵਾ ਉਹ ਫੋਰੈਸਟ ਦਾ ਵਾ, ਅਤੇ ਵਰਲਡ ਦੇ ਵਿੱਚ ਸਾਡਾ ਜਿਹੜਾ ਵਾ 29.5% ਟੋਟਲ ਲੈਂਡ ਜਿਹੜੀ ਆ ਉਹ ਕਵਰ ਆ ਫੋਰੈਸਟ ਦੇ ਵਿੱਚ। ਵੇਅਰ ਦੀ ਇੰਡੀਆ ਦੇ ਵਿੱਚ ਜਿਹੜੀ ਆ 74.1 ਮਿਲੀਅਨ ਹੈਕਟੇਅਰ, ਜਾਣੀ ਕਿ ਔਰ 22.7 ਇਹ ਜਿਹੜਾ ਏਰੀਆ ਵਾ, ਟੋਟਲ ਏਰੀਆ ਵਾ, ਇਹ ਸਾਡਾ ਫੋਰੈਸਟ ਦੇ ਅੰਡਰ ਆ ਜਾਂਦਾ ਵਾ। ਅਤੇ ਇਹਦੇ ਵਿੱਚ ਜਿਹੜਾ ਸਾਡਾ ਕੀ ਆ 33 ਪੁਆਇੰਟ ਤੋਂ ਵੀ ਲੈਸ ਦੈਨ ਏਰੀਆ ਜਿਹੜਾ ਫਿਕਸਡ ਕੀਤਾ ਗਿਆ ਵਾ ਨੈਸ਼ਨਲ ਫੋਰੈਸਟ ਰਿਜ਼ਰਵ ਪਾਲਿਸੀ ਦੇ ਅਕੋਰਡਿੰਗ 1951 ਦੇ ਅਕੋਰਡਿੰਗ। ਅਤੇ ਉਹੀ ਗੱਲ ਆ, ਬਸ ਸਾਨੂੰ ਕੀ ਯਾਦ ਰੱਖਣਾ ਪੈਣਾ ਵੀ ਸਾਡੇ ਵਿੱਚ ਜਿਹੜੇ ਫੋਰੈਸਟ ਏਰੀਆ ਵਾ ਉਹ ਕਿੰਨਾ ਵਾ 22.7%। ਹੋਰ ਬਾਕੀ ਡਿਫਰੈਂਟ ਕੰਟਰੀਜ਼ ਦੇ ਬਾਰੇ ਦੱਸਿਆ ਗਿਆ ਵਾ, ਅਤੇ ਹਰੇਕ ਕੰਟਰੀਜ਼ ਦੀ ਆਪਣੇ ਆਪਣੇ ਏਰੀਏ ਦੇ ਅਕੋਰਡਿੰਗ ਉਹਨਾਂ ਵਿੱਚ ਫੋਰੈਸਟ ਦੇਖਣ ਨੂੰ ਮਿਲਦੇ ਆ। ਇਹਦਾ ਵਿੱਚ ਕੀ ਆ, ਰੀਜਨਲ ਡਿਸਟਰੀਬਿਊਸ਼ਨ ਲਿਮਿਟਡ available of the forest area in their country is very uneven to the peninsular plateaus and its hills। ਕਹਿੰਦੇ ਵੀ ਦੱਸਿਆ ਜਾਂਦਾ ਵੀ ਜਿਸ ਤਰੀਕੇ ਨਾਲ ਸਾਡੀ ਇਹ ਬਨਸਪਤੀ ਜਿਹੜੀ ਆ ਉਹ ਅਲੱਗ-ਅਲੱਗ ਵੰਡੀ ਗਈ ਆ ਏਰੀਏ ਦੇ ਅਕੋਰਡਿੰਗ, ਜਾਂ ਉੱਥੇ ਜਿਹੜੀ ਅਵੇਲੇਬਿਲਿਟੀ ਆ ਉਹਦੇ ਅਕੋਰਡਿੰਗ ਵੰਡਿਆ ਜਾ ਰਿਹਾ ਵਾ। ਤਾਂ ਇਸ ਤਰੀਕੇ ਨਾਲ ਦੇਖਣ ਨੂੰ ਮਿਲਦਾ ਵਾ। ਆਫਟਰ ਜੇ ਅਸੀਂ ਦੇਖੀਏ ਹਿਮਾਲਿਆ ਦੇ ਵਿੱਚੋਂ ਜਿਹੜਾ 80% ਜਿਹੜਾ ਵਾ ਫੋਰੈਸਟ ਉੱਥੇ ਪਾਏ ਜਾਂਦੇ ਆ। ਵੈਸਟਰਨ ਘਾਟਸ ਅਤੇ ਵੈਸਟਰਨ ਕੋਸਟਲ ਪਲੇਨ ਏਰੀਆ ਐਜ਼ ਵੈਲ ਐਜ਼ ਜਾਂ ਈਸਟਰਨ ਘਾਟਸ ਅਤੇ ਈਸਟਰਨ ਕੋਸਟਲ ਏਰੀਆ ਜਿਹੜਾ ਵਾ 10% ਲੈ ਕੇ ਆਉਂਦਾ। ਲੋਐਸਟ ਪਰਸੈਂਟੇਜ ਜਿਹੜੀ ਸਾਡੀ ਕੰਟਰੀ ਦੇ ਵਿੱਚ ਫੋਰੈਸਟ ਏਰੀਆ ਵਿੱਚ ਆ ਉਹ 5% ਆ। ਗ੍ਰੇਟਰ ਨਾਰਥਰਨ ਪਲੇਨ ਆਫ ਇੰਡੀਆ, ਜਾਣੀ ਕਿ ਪੰਜਾਬ ਹੈ, ਜਿਹੇ ਏਰੀਆ ਨੂੰ ਲੈ ਕੇ ਦਿਖਾਇਆ ਗਿਆ। ਹਰੇਕ ਸਟੇਟਸ ਦੇ ਅਕੋਰਡਿੰਗ ਜਿਹੜਾ ਵਾ ਇਹ ਡਾਟਾ ਗਿਵਨ ਆ, ਅਤੇ ਇਹਨਾਂ ਵਿੱਚ ਸਾਨੂੰ ਇੰਨਾ ਜ਼ਿਆਦਾ ਡੀਪਲੀ ਜਾਣ ਦੀ ਲੋੜ ਨਹੀਂ। ਜਿਸ ਸਟੇਟ ਦੇ ਨਾਲ ਅਸੀਂ ਬਿਲੋਂਗ ਕਰਦੇ ਹਾਂ ਜਸਟ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਵਾ। ਸਭ
ਸਭ ਤੋਂ ਘੱਟ ਜਿਹੜੀ ਉਹ ਦਿੱਲੀ ਦੇ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਹੈ ਕਲਾਸੀਫਿਕੇਸ਼ਨ ਆਫ ਵੈਜੀਏਸ਼ਨ ਐਂਡ ਟਾਈਪਸ ਆਫ ਫੋਰੈਸਟ। ਕਈ ਤਰ੍ਹਾਂ ਦੇ ਨੇ ਜਿਹੜੇ ਫੋਰੈਸਟ ਨੇ ਡੱਬੇ ਗਏ ਨੇ, ਜਿਵੇਂ ਐਕਸੈਸਿਬਿਲਿਟੀ ਦੇ ਅਕੋਰਡਿੰਗ, ਇਨਐਕਸੈਸਿਬਲ, ਐਕਸੈਸਿਬਲ, ਲੀਵਸ ਦੇ ਅਕੋਰਡਿੰਗ, ਬਰੋਡ ਲੀਫ ਫੋਰੈਸਟ ਜਾਂ ਕੋਨੀਫਲੋਰਸ, ਐਡਮਿਨਿਸਟ੍ਰੇਸ਼ਨ ਅਥਾਰਟੀ ਦੇ ਅਕੋਰਡਿੰਗ, ਸਟੇਟਸ, ਕਮਿਊਨਿਟੀਜ਼ ਤੇ ਪ੍ਰਾਈਵੇਟ, ਫੋਰੈਸਟ ਲਾਅ, ਰਿਜ਼ਰਵਡ, ਪ੍ਰੋਟੈਕਟਡ ਜਾਂ ਅਨਕਲਾਸੀਫਾਈਡ, ਜੋਗ੍ਰਾਫੀਕਲ ਐਲੀਮੈਂਟਸ। ਇਹ ਕਈ ਤਰ੍ਹਾਂ ਦੇ ਜਿਹੜੇ ਫੋਰੈਸਟ ਨੇ ਉਹ ਵੰਡੇ ਗਏ। ਟਾਈਪਸ ਆਫ ਨੈਚੁਰਲ ਵੈਜੀਏਸ਼ਨਸ ਜਿਹੜੀਆਂ ਨੇ ਸਾਡੀ ਕੰਟਰੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਨੇ ਜਿਹੜੇ ਨੈਚੁਰਲ ਵੈਜੀਏਸ਼ਨ ਉਹ ਮਿਲਦੀਆਂ ਨੇ। ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ ਕਈ ਏਰੀਆ ਦੇ ਵਿੱਚ, ਜਿਵੇਂ ਐਕਸੈਸਿਬਿਲਿਟੀ ਦੇ ਸ਼ੇਪਸ ਆਫ ਲੀਵਸ ਦੇ ਅਕੋਰਡਿੰਗ, ਐਡਮਿਨਿਸਟ੍ਰੇਸ਼ਨ ਕੰਟਰੋਲ ਜਾਂ ਫੋਰੈਸਟ ਲਾਅ ਜਾਂ ਜੋਗ੍ਰਾਫੀਕਲ ਐਲੀਮੈਂਟਸ, ਇਹਨਾਂ ਤਰੀਕੇ ਨਾਲ ਇਹਨਾਂ ਨੂੰ ਵੰਡਿਆ ਗਿਆ ਵਾ। ਐਕਸੈਸਿਬਿਲਿਟੀ ਦੇ ਅਕੋਰਡਿੰਗ ਜਿਹੜੇ 18% ਫੋਰੈਸਟ ਏਰੀਆ ਵਾ ਉਹ ਸਾਡੇ ਇੰਡੀਆ ਦੇ ਵਿੱਚ ਮਿਲਦਾ ਵਾ, ਜਿਹਦੇ ਹਾਈ ਸਲੋਪ ਜਿਹੜੀ ਆ ਉਹ ਹਿਮਾਲਿਆ ਦੇ ਵਿੱਚ ਨੇ, ਅਤੇ ਇਹਨਾਂ ਦੇ ਵਿੱਚ ਜਿਹੜਾ ਹਿਊਮਨ ਬੀਂਗ ਜਿਹੜੇ ਨੇ ਉਹ ਨਹੀਂ ਰੀਚ ਕਰ ਸਕਦੇ, ਉਹਨਾਂ ਨੂੰ ਇਨਐਕਸੈਸਿਬਲ ਕਿਹਾ ਗਿਆ, ਜਿਹੜਾ ਕਿ 82% ਟੋਟਲ ਏਰੀਆ ਜਿਹੜਾ ਫੋਰੈਸਟ ਦਾ ਉਹ ਹੈ। ਸਿਮਿਲਰਲੀ ਇਹਦੇ ਨਾਲ ਵੈਲਿਊਏਬਲ ਜਿਹੜੀਆਂ ਕੌਨੀਫਰੈਂਸ ਨੇ ਜਾਂ ਪੁਆਇੰਟ ਆਫ ਲੀਵਸ, ਉਹਨਾਂ ਦੇ ਪੱਤਿਆਂ ਦੇ ਅਕੋਰਡਿੰਗ ਵੰਡੇ ਗਏ ਨੇ। 5% ਏਰੀਆ ਜਿਹੜਾ ਫੋਰੈਸਟ ਦੇ ਅੰਡਰ ਇੱਦਾਂ ਦਾ ਵਾ ਜਿਹੜਾ ਜਿਹਦੀ ਸ਼ੇਪ ਜਿਹੜੀ ਆ ਉਹ ਹਿਮਾਲਿਆਸ 'ਤੇ ਇਨਐਕਸੈਸਿਬਲ ਨੇ, ਬਿਕੋਜ਼ ਲੈਕ ਆਫ ਦੀ ਟਰਾਂਸਪੋਰਟੇਸ਼ਨ ਫੈਸਿਲਿਟੀ। ਉੱਥੇ ਜਿਹੜੀ ਟਰਾਂਸਪੋਰਟੇਸ਼ਨ ਫੈਸਿਲਿਟੀ ਇੰਨੀ ਜ਼ਿਆਦਾ ਹੈ ਨਹੀਂ ਅਤੇ ਉਹਨੂੰ ਜ਼ਿਆਦਾ ਐਕਸਪਲੋਇਟ ਨਹੀਂ ਕੀਤਾ ਜਾ ਸਕਦਾ। ਥਰਡ ਆ ਔਨ ਦੀ ਬੇਸਿਸ ਆਫ ਐਡਮਿਨਿਸਟ੍ਰੇਸ਼ਨ ਕੰਟਰੋਲ। ਗੌਰਮੈਂਟ ਜਿਹੜੇ ਫੋਰੈਸਟ ਨੇ ਇਹਨੂੰ ਆਪਣੇ ਹੈੱਡ ਦੇ ਅੰਡਰ ਲਿਆ ਗਿਆ ਵਾ, ਜਿਹਦੇ ਵਿੱਚ ਉਹ ਕੰਟਰੋਲ ਕਰ ਰਹੀ ਆ ਫੋਰੈਸਟ ਨੂੰ, ਅਤੇ ਉਹਨਾਂ ਦੇ ਵਿੱਚ ਕੰਜ਼ਰਵਡ ਯਾਨੀ ਕਿ 95% ਹੈਕਟੇਅਰ ਏਰੀਆ ਜਿਹੜਾ ਸਟੇਟ ਦੇ ਆ ਗੌਰਮੈਂਟ ਜਿਹੜਾ ਵਾ ਟੋਟਲ ਕੰਟਰੋਲ ਕਰ ਰਹੀ ਆ, ਉਹਦੇ ਉੱਤੇ 3% ਜਿਹੜਾ ਵਾ ਮਿਊਨਸੀਪਲ ਜਾਂ ਡਿਸਟ੍ਰਿਕਟ ਇੱਦਾਂ ਦੇ ਏਰੀਆ ਵਿੱਚ ਵੰਡੇ ਗਏ ਨੇ। ਫੋਰੈਸਟ ਡਿਵਾਈਡ ਕੀਤੇ ਗਏ ਨੇ 3 ਪਾਰਟਸ ਦੇ ਵਿੱਚ, ਜਿਹੜਾ ਪ੍ਰੋਪਰ ਯੂਟੀਲਾਈਜੇਸ਼ਨ, ਕੰਟਰੋਲ ਅਤੇ ਲੀਗਲ ਪ੍ਰੋਟੈਕਸ਼ਨ ਦੇ ਵਿੱਚ। ਫਸਟ ਜਿਹੜਾ ਵਾ 52% ਏਰੀਆ ਜਿਹੜਾ ਵਾ ਉਹ ਰਿਜ਼ਰਵਡ ਰੱਖਿਆ ਗਿਆ ਵਾ। ਸੋਇਲ ਰੀਸ਼ਨਸ ਅਤੇ ਪ੍ਰੀਵੈਂਸ਼ਨਸ ਆਫ ਦੀ ਇਨਵਾਇਰਮੈਂਟ ਅਤੇ ਰੈਗੂਲਰ ਸਪਲਾਈ ਆਫ ਟਿੰਬਰ ਇਹਨਾਂ ਦੇ ਲਿਖਿਆ ਗਿਆ ਵਾ। ਕੈਟਲ ਗ੍ਰੇਜ਼ਿੰਗ ਅਤੇ ਕਟਿੰਗ ਫਿਊਲਸ ਰਿਸਟ੍ਰਿਕਟਡ, ਇਹਦੇ ਵਿੱਚ ਰਿਸਟ੍ਰਿਕਟਡ ਨੇ ਵੀ, ਇਹ ਰਿਜ਼ਰਵ ਏਰੀਆ ਦੇ ਫੋਰੈਸਟ ਦੇ ਵਿੱਚ ਵੀ ਤੁਸੀਂ ਨਹੀਂ ਕੱਟ ਸਕਦੇ। ਸੈਕਿੰਡ ਹੈਗਾ 32% ਏਰੀਆ ਜਿਹੜਾ ਫੋਰੈਸਟ ਦਾ ਉਹ ਪ੍ਰੋਟੈਕਟਡ ਫੋਰੈਸਟ ਆ, ਜਿਹਨੂੰ ਐਕਸਪਲੋਇਟ ਕੰਪਲੀਟਲੀ ਜਿਹੜਾ ਵਾ ਰਿਸਟ੍ਰਿਕਟਡ ਕੀਤਾ ਗਿਆ ਗੌਰਮੈਂਟ ਦੁਆਰਾ, ਯਾਨੀ ਕਿ ਉਹਦੇ ਵਿੱਚ ਕਿਸੇ ਵੀ ਹਿਊਮਨ ਬੀਂਗਸ ਨੇ ਕੋਈ ਕਟਿੰਗ ਜਾਂ ਕੋਈ ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਯੂਜ਼ ਕਰ ਸਕਦੇ, ਨਾ ਹੀ ਉਹ ਫਿਊਲ ਦੇ ਤੌਰ 'ਤੇ ਲੱਕੜਾਂ ਨੂੰ ਵਰਤ ਸਕਦੇ ਆ, ਨਾ ਹੀ ਉਹ ਕੈਟਲ ਦੇ ਲਈ ਕੀਤਾ ਜਾ ਸਕਦਾ। ਥਰਡ ਕੈਟਾਗਰੀ ਜਿਹੜੀ ਆ ਅਨਕਲਾਸੀਫਾਈਡ ਫੋਰੈਸਟ, ਜਿਹੜਾ ਇਹ ਅਟਰੈਕਟ ਕੀਤਾ ਜਾਂਦਾ ਲਿਟਲ ਅਟੈਂਸ਼ਨ ਜਿਹੜੀ ਆ ਗੌਰਮੈਂਟ ਦੀ, ਇਹ ਆ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਪੀਪਲਸ ਨੂੰ ਵੀ ਉੱਥੇ ਜਾ ਕੇ ਰਹਿ ਸਕਦੇ ਆ। ਬਿਸਾਈਡ ਅਬਵ ਇਹ ਤੋਂ ਬਾਅਦ ਵੀ ਜਿਹੜੇ ਨੇ ਉਹ ਕਲਾਸੀਫਾਈ ਕੀਤੇ ਗਏ ਨੇ ਫੋਰੈਸਟ ਇਨਡਾਇਰੈਕਟਲੀ ਇਨਫਲੂਐਂਸ ਆਫ ਦੀ ਜੋਗ੍ਰਾਫੀਕਲ ਇਨਵਾਇਰਮੈਂਟ। ਜੋਗ੍ਰਾਫੀਕਲ ਇਨਵਾਇਰਮੈਂਟ ਦੇ ਅਕੋਰਡਿੰਗ ਉਹਨਾਂ ਨੂੰ ਫਿਰ ਵੰਡਿਆ ਗਿਆ। ਨੋ ਡਾਊਟ ਜਿਹੜਾ ਇੰਡੀਆ ਵਾ ਉਹਦੀ ਟਪੋਲੀਕਲ ਮੌਨਸੂਨਸ ਕਲਾਈਮੇਟ ਜਿਹੜਾ ਵਾ, ਅਤੇ ਉਹਦੇ ਵਿੱਚ ਵੇਰੀਏਸ਼ਨ ਜਿਹੜੀ ਆ ਮੀਂਹ ਅਤੇ ਉਹਦੀ ਰਿਲੀਫ ਦੇ ਅਕੋਰਡਿੰਗ ਜਿਹੜਾ ਇਹਨਾਂ ਨੂੰ ਵੰਡਿਆ ਗਏ ਨੇ। ਜਿਵੇਂ ਹੁਣ ਇਹਨੂੰ ਅੱਗੇ ਵੰਡਿਆ ਗਿਆ ਵਾ, ਜਿਵੇਂ ਟਪੋਲੀਕਲ ਐਵਰਗ੍ਰੀਨ ਵੈਜੀਏਸ਼ਨ, ਡੈਕੂਲਸ ਔਰ ਮੌਨਸੂਨਲ ਵੈਜੀਏਸ਼ਨਸ, ਡਰਾਈ ਵੈਜੀਏਸ਼ਨਸ, ਟੀਡਲਸ ਜਾਂ ਮੌਨਗਰੇਵਲ ਵੈਜੀਏਸ਼ਨਸ, ਮਾਊਂਟੇਨੀਅਸ ਵੈਜੀਏਸ਼ਨ। ਦੇਖੋ ਟਪੋਲੀਕਲ ਐਵਰਗ੍ਰੀਨ ਜਿਹੜੇ ਨੇ ਇਹ ਅਜਿਹੇ ਫੋਰੈਸਟ ਨੇ ਜਿਹੜੇ ਕਿ ਬਹੁਤ ਜ਼ਿਆਦਾ ਰੇਨਫਾਲ ਹੁੰਦੀ ਹੈ, ਯਾਦ ਰੱਖਣਾ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਰੇਨਫਾਲ ਹੁੰਦੀ ਹੈ, ਇਹਨਾਂ ਨੂੰ ਰੇਨਫਾਲ ਫੋਰੈਸਟ ਵੀ ਕਿਹਾ ਜਾਂਦਾ। ਏਰੀਆ ਕਿੱਥੇ ਆ? ਅੰਡੋਮਾਨ ਨਿਕੋਬਾਰ, ਵੈਸਟਰਨ ਘਾਟ, ਸਾਊਥਰਨ ਈਸਟਰਨ ਸਲੋਪ ਆਫ ਦੀਆਂ ਹਿਮਾਲਿਆ, ਇਹੋ ਜਿਹੇ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੇ ਆ। ਕਲਾਈਮੇਟ ਕੀ ਹੁੰਦਾ ਵਾ ਇਹਨਾਂ ਵਿੱਚ? ਜਿਹੜੀ ਐਵਰੇਜ ਐਨੂਅਲ ਟੈਂਪਰੇਚਰ ਆ ਉਹ ਸਿਰਫ 25 ਡਿਗਰੀ ਤੱਕ ਹੀ ਰਹਿੰਦਾ ਵਾ, ਅਤੇ ਇਹਦੇ ਵਿੱਚ ਰੇਨਫਾਲ ਜਿਹੜੀ ਆ ਉਹ 200 ਸੈਂਟੀਮੀਟਰ ਤੋਂ ਵੀ ਉੱਪਰ ਚਲੀ ਜਾਂਦੀ ਹੈ, ਅਤੇ ਹਿਊਮਿਡਿਟੀ ਜਿਹੜੀ ਆ ਏਅਰ ਦੇ ਵਿੱਚ ਉਹ 70+ ਹੋ ਜਾਂਦੀ ਆ। ਹਾਈਟ ਕੀ ਹੁੰਦੀ ਆ ਇਹਨਾਂ ਵਿੱਚ? ਜਿਹੜੀ ਹਾਈਟ ਹੋਏਗੀ ਜਿਹੜਾ ਸੀ ਲੈਵਲ ਤੋਂ, ਇਹ ਵੈਜੀਏਸ਼ਨ ਜਿਹੜਾ ਵਾ ਉਹ ਕੀ ਆ 1200 ਮੀਟਰ ਉੱਪਰ ਨੇ, ਅਤੇ ਇਹਦੇ ਵਿੱਚ 30 to 60 ਮੀਟਰ ਇਹਨਾਂ ਦੀ ਹਾਈਟ ਹੁੰਦੀ ਆ ਦਰਖਤਾਂ ਦੀ, ਅਤੇ ਇੰਨੇ 5 ਮੀਟਰ ਤੱਕ ਇਹ ਮੋਟੇ ਹੁੰਦੇ ਆ। ਇੰਪੋਰਟੈਂਟ ਫੋਰੈਸਟ ਦੇ ਵਿੱਚ ਇਹਦੇ ਵਿੱਚ ਜਿਹੜੇ ਹੋਣਗੇ ਉਹ ਕਾਫੀ ਮੋਟੇ ਮੋਟੇ ਦਰਖਤ ਦੇਖਣ ਨੂੰ ਮਿਲਦੇ ਆ। ਆਹ ਇੱਦਾਂ ਦੀ ਵੈਜੀਏਸ਼ਨ ਜਿਹੜੀ ਆ ਉਹ ਦਿਖਾਈ ਗਈ ਆ ਇਹਨਾਂ ਵਿੱਚ, ਜਿਵੇਂ ਆਹ ਡਾਟਸ ਦਿਖਾਏ ਗਏ ਨੇ, ਡੈਕਨ ਆ, ਸੌਰੀ ਡੈਜ਼ਰਟ ਨੇ। ਇਹਦੇ ਵਿੱਚ ਆ ਗਿਆ ਮਾਊਂਟੇਨਸ, ਇੱਥੇ ਮਾਊਂਟੇਨਸ ਦੇ ਉੱਤੇ ਫੋਰੈਸਟ ਮਿਲਦੇ ਨੇ। ਉਸ ਤੋਂ ਬਾਅਦ ਆ ਪਲੇਨ ਜਿਹੜਾ ਘਾਟ ਆ ਗਿਆ, ਇਹ ਟਪੋਲੀਕਲ ਐਵਰਗ੍ਰੀਨ ਫੋਰੈਸਟ ਨੇ। ਫਿਰ ਉਸ ਤੋਂ ਬਾਅਦ ਆ ਜਾਂਦੀਆਂ ਨੇ ਜੀ ਪੂਰਾ ਬਲੈਕ ਆ ਛੋਟਾ ਜਿਹਾ ਏਰੀਆ ਨੇ, ਇਹਨਾਂ ਨੂੰ ਮੈਨਗਰੋਵਰ ਵੈਜੀਏਸ਼ਨ ਕਿਹਾ ਜਾਂਦਾ ਵਾ। ਅਤੇ ਆ ਜਿਹੜੇ ਡਾਟਸ ਵਾਲੇ ਇੱਦਾਂ ਦੇ ਫੋਰੈਸਟ ਨੇ ਜਿਹੜੇ ਕਿ ਥੋੜ੍ਹਾ ਬਹੁਤਾ ਏਰੀਆ ਜਿਹੜਾ ਹੋਏਗਾ ਉੱਤਰ ਪ੍ਰਦੇਸ਼ ਇੱਦਾਂ ਦੇ ਵਿੱਚ ਵੀ ਆਉਂਦੇ ਆ, ਤਾਂ ਇਹਨਾਂ ਨੂੰ ਟਪੋਲੀਕਲ ਮੌਨਸੂਨ ਵੈਜੀਏਸ਼ਨ ਵੀ ਕਿਹਾ ਜਾਂਦਾ। ਉਸ ਤੋਂ ਬਾਅਦ ਇਹਨਾਂ ਵਿੱਚ ਕਰੈਕਟਰਿਸਟਿਕਸ ਕੀ ਨੇ? ਜਿਵੇਂ ਕੋਕੋਨਟ, ਬੰਬੋ, ਰਬੜ, ਇਹ ਜਿਹੇ ਕੁਛ ਇਹਦੇ ਵਿੱਚ ਪਲਾਂਟਸ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਆ। ਕਰੈਕਟਰਿਸਟਿਕਸ ਕੀ ਨੇ? ਇਹ ਕਾਫੀ ਡੈਂਸ ਹੁੰਦੇ ਆ, ਕਾਫੀ ਜ਼ਿਆਦਾ ਵੱਡੇ ਵੱਡੇ ਪੱਤੇ ਹੁੰਦੇ ਆ, ਅਤੇ ਹਾਈਟ ਕਾਫੀ ਜ਼ਿਆਦਾ ਹੁੰਦੀ ਆ। ਸਨਲਾਈਟ ਬਹੁਤ ਰੇਅਰ ਅਤੇ ਡਾਰਕ ਹੁੰਦੇ ਆ, ਕਿਉਂਕਿ ਰੇਅਰ ਪਹੁੰਚਦੀ ਹੈ ਸਨਲਾਈਟ, ਹਾਈਟ ਜ਼ਿਆਦਾ ਹੋਣ ਕਰਕੇ ਜਿਹੜੀ ਸਨਲਾਈਟ ਆ ਉਹ ਪੂਰੀ ਪ੍ਰੋਪਰ ਤੱਕ ਜਿਹੜੀ ਆ ਧਰਤੀ 'ਤੇ ਨਹੀਂ ਪਹੁੰਚ ਪਾਉਂਦੀ ਹੈਗੀ। ਉਸ ਤੋਂ ਬਾਅਦ ਆ ਜਾਂਦੀ ਆ ਮੌਨਸੂਨੀਅਲ ਵੈਜੀਏਸ਼ਨ। ਇਹ ਵੈਜੀਏਸ਼ਨ ਜਿਹੜੇ ਹੁੰਦੇ ਆ ਇਹਨਾਂ ਦੇ ਲੀਫ ਜਿਹੜੇ ਹੁੰਦੇ ਆ ਬਿਗਨ ਹੁੰਦੇ ਆ ਮੌਨਸੂਨ ਏਰੀਆ ਦੇ ਵਿੱਚ, ਅਤੇ ਐਕਸਪੈਕਟ ਵੈਪੋਰੇਸ਼ਨ, ਯਾਨੀ ਕਿ ਇਹਦੇ ਵਿੱਚੋਂ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਵੈਪੋਰੇਟ ਹੁੰਦਾ ਵਾ। ਇੱਥੇ ਜਿਹੜਾ ਡਰਾਈ ਏਅਰ ਦੇਖਣ ਨੂੰ ਮਿਲਦੀ ਆ, ਸਨਲਾਈਟ ਪ੍ਰੋਪਰ ਘੁੰਮਦੀ ਆ, ਅਤੇ ਇਹਦੇ ਵਿੱਚ ਸਰਵਾਈਵਲ ਲੌਂਗ ਟਾਈਮ ਕੀਤੀ ਜਾ ਸਕਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀ
ਸੋਇਲ ਉਹਦੇ ਵਿੱਚ ਕਾਫੀ ਮੋਇਸਚਰ ਹੁੰਦਾ ਵਾ। ਹਿਊਮਨ ਡੈਸੀਕਲਸ ਫੋਰੈਸਟ, ਇਹ ਕਿਹੜੇ ਹੁੰਦੇ ਆ? ਇਹਨਾਂ ਫੋਰੈਸਟ ਜਿਹੜੇ ਨੇ ਇਹ ਕਾਫੀ 4 ਲਾਰਜ ਏਰੀਆ ਦੇ ਵਿੱਚ ਵੰਡੇ ਗਏ ਨੇ, ਜਿਹਦੇ ਵਿੱਚ ਨਾਰਮਲ ਰੇਨਫਾਲ 100 ਤੋਂ 200 ਸੈਂਟੀਮੀਟਰ ਤੱਕ ਰਹਿੰਦਾ ਵਾ, ਅਤੇ ਤਰਾਈ ਦਾ ਏਰੀਆ, ਹਿਮਾਲਿਆ, ਇੱਦਾਂ ਦੇ ਏਰੀਏ ਦੇ ਵਿੱਚ ਜਿਹੜੇ ਨੇ ਦੇਖਣ ਨੂੰ ਮਿਲ ਜਾਂਦੇ ਆ। ਇਹਦੇ ਵਿੱਚ ਜਿਹੜੇ ਸਪਾਈਸਿਸ ਨੇ, ਸਾਲ, ਸ਼ਲੀਸਮ, ਇੱਦਾਂ ਦੇ ਕੁਛ ਦਰਖਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਜਾਂਦੇ ਆ। ਗ੍ਰਾਸ, ਅਤੇ ਇਹਦੇ ਵਿੱਚ ਸਵਾਈ ਨਾਮ ਦੀ ਜਿਹੜਾ ਏਰੀਆ ਵਾ, ਤਰਾਈ ਦਾ ਏਰੀਆ, ਉੱਥੇ ਦੇਖਣ ਨੂੰ ਮਿਲਦਾ ਵਾ, ਅਤੇ ਇੱਥੋਂ ਜਿਹੜੇ ਨੇ ਪੇਪਰ ਜਿਹੜਾ ਵਾ ਉਹ ਬਣਾਇਆ ਜਾਂਦਾ ਵਾ। ਐਗਰੀਕਲਚਰ ਪਰਪਜ਼ ਲਈ ਵੀ ਇਹ ਬਹੁਤ ਜ਼ਿਆਦਾ ਬੈਟਰ ਮੰਨਿਆ ਜਾਂਦਾ ਵਾ। ਸੈਮੀਡੇਟ ਡੈਸੀਲਸ ਵੈਜੀਏਸ਼ਨ, ਇਹ ਜਿਹੜੀ ਵੈਜੀਏਸ਼ਨ ਆ ਇਹ ਸਾਨੂੰ ਲੋ ਰੇਨਫਾਲ ਏਰੀਆ ਜਿੱਥੇ 50 ਤੋਂ ਲੈ ਕੇ 100 ਸੈਂਟੀਮੀਟਰ ਤੱਕ ਮਿਲਦੀ ਆ, ਉੱਥੇ ਦੇਖਣ ਨੂੰ ਮਿਲਦੇ ਆ। ਇਹ ਵੈਜੀਏਸ਼ਨ ਜਿਹੜੀ ਆ ਪੰਜਾਬ, ਹਰਿਆਣਾ ਅਤੇ ਹੋਰ ਕਈ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਜਾਂਦੀ ਆ। ਟਰੀ ਜਿਹੜੇ ਨੇ ਉਹ ਖਾਲੀ, ਕਿੱਕਰ, ਬਬੂਲ, ਬਨਿਆਨਸ, ਇੱਦਾਂ ਦੇ ਕੁਛ ਜਿਹੜੇ ਟਰੀਜ਼ ਨੇ ਉਹ ਦੇਖਣ ਨੂੰ ਸਾਨੂੰ ਮਿਲ ਜਾਂਦੇ ਆ। ਗ੍ਰਾਸ ਦੀ ਜਿਹੜੀ ਵੈਰਾਈਟੀ ਹੁੰਦੀ ਆ ਉਹ ਸੀਨ ਕਰਦੀ ਹੈ ਇਸ ਏਰੀਆ ਵਿੱਚ, ਲੌਂਗ ਡਿਸਟੈਂਸ ਤੱਕ ਫੈਲੇ ਹੋਏ ਹੁੰਦੇ ਆ, ਅਤੇ ਇੱਦਾਂ ਦੇ ਇਹਦੇ ਏਰੀਆ ਜਿਹੜਾ ਵਾ ਮਿਲ ਜਾਂਦਾ ਵਾ। ਉਸ ਤੋਂ ਬਾਅਦ ਆ ਜਾਂਦਾ ਵਾ ਡੈਜ਼ਰਟ ਜਾਂ ਡਰਾਈ ਵੈਜੀਏਸ਼ਨ। ਇਹ ਅਜਿਹੀ ਵੈਜੀਏਸ਼ਨ ਆ ਜਿੱਥੇ ਰੇਨਫਾਲ ਬਹੁਤ ਘੱਟ ਹੁੰਦਾ। ਰਾਜਸਥਾਨ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਹੁੰਦੇ ਆ, ਅਤੇ ਇੱਥੇ ਜ਼ਿਆਦਾਤਰ ਕੰਢੇਦਾਰ ਬਨਸਪਤੀਆਂ ਜਿਹੜੀਆਂ ਨੇ ਉਹ ਉੱਗਦੀਆਂ ਨੇ। ਮੇਜਰ ਦਰਖਤ ਜਿਵੇਂ ਕਬੂਲ, ਬੂਬੁਲ, ਜਿੰਦ, ਇੱਦਾਂ ਦੇ ਕੁਛ ਦਰਖਤ ਨੇ ਜਿਹੜੇ ਉਹ ਮਿਲਦੇ ਨੇ। ਇਹ ਜ਼ਿਆਦਾਤਰ ਰਾਜਸਥਾਨ ਅਤੇ ਪੰਜਾਬ ਦੇ ਕੁਛ ਏਰੀਆਜ਼ ਦੇ ਵਿੱਚ ਇਹ ਦੇਖਣ ਨੂੰ ਮਿਲ ਜਾਂਦੇ ਆ। ਉਸ ਤੋਂ ਬਾਅਦ ਇਹ ਏਰੀਆ ਜਿਹੜਾ ਵਾ ਇਹ ਰਾਜਸਥਾਨ ਦੇ ਵਿੱਚ ਆਉਂਦਾ ਵਾ, ਹਰਿਆਣੇ ਦਾ ਅਤੇ ਸਾਊਥ ਪੰਜਾਬ ਦਾ ਵੀ ਥੋੜ੍ਹਾ ਜਿਹਾ ਏਰੀਆ ਦੇ ਵਿੱਚ ਆ ਜਾਂਦਾ ਵਾ। ਟੀਡਲ ਵੈਜੀਏਸ਼ਨਸ, ਇਹ ਕੁਛ ਅਜਿਹੀਆਂ ਵੈਜੀਏਸ਼ਨ ਹੁੰਦੀਆਂ ਨੇ ਜਿਹੜੀ ਡੈਲਟਿਕ ਏਰੀਆ ਦੇ ਵਿੱਚ ਮਿਲਦੀ ਹੈ, ਜਿੱਥੇ ਕਿ ਨੇ ਨਦੀਆਂ ਆਪਣਾ ਡੈਲਟਾ ਲਿਆ ਕੇ ਵਿਛਾਉਂਦੀਆਂ ਨੇ, ਜਿਵੇਂ ਗੰਗਾ, ਬ੍ਰਹਮਪੁੱਤਰ, ਕ੍ਰਿਸ਼ਨਾ, ਗੋਦਾਵਰੀ, ਮਹਾਨੰਦੀ, ਇੱਦਾਂ ਦੀਆਂ ਕੁਛ ਨਦੀਆਂ ਨੇ ਜਿਹੜੇ ਕਿ ਪਾਣੀ ਲਿਆ ਕੇ ਇੱਥੇ ਰੱਖਦੀਆਂ ਨੇ, ਜਿਨ੍ਹਾਂ ਨਾਲ ਉਹ ਦਰਖਤ ਦੀਆਂ ਰੂਟਸ ਜਿਹੜੀਆਂ ਨੇ ਉੱਥੇ ਆ ਕੇ ਟਾਈ ਹੋ ਜਾਂਦੀਆਂ ਨੇ, ਅਤੇ ਹੌਲੀ ਹੌਲੀ ਉਹ ਵਧਣਾ ਸ਼ੁਰੂ ਕਰ ਦਿੰਦੀਆਂ ਨੇ, ਅਤੇ ਇੱਥੇ ਇਹ ਦਰਖਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਜਾਂਦੇ ਆ। ਸੁੰਦਰਬਨ ਜਿਹੜਾ ਵਾ ਇੱਦਾਂ ਦੇ ਵਿੱਚ ਵੀ ਦੇਖਣ ਨੂੰ ਇਹ ਮਿਲ ਜਾਂਦਾ ਵਾ। ਮਾਊਂਟੇਨੀਜ਼ ਵੈਜੀਏਸ਼ਨਸ, ਜਿਹੜੀ ਕਿ ਦਰਖਤਾਂ ਜਾਂ ਪਹਾੜਾਂ ਦੇ ਉੱਤੇ ਦੇਖਣ ਨੂੰ ਮਿਲਦੀ ਹੈ, ਹੋਲ ਵਰਲਡ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਇਹਦੇ ਵਿੱਚ ਜਿਹੜੀ ਰੇਨਫਾਲ ਦੀ ਅਮਾਊਂਟ ਆ ਉਹ ਸਭ ਡਿਵਾਈਡਡ ਹੁੰਦੀ ਆ 2 ਹਿੱਸਿਆਂ ਵਿੱਚ, ਈਸਟਰਨ ਅਤੇ ਵੈਸਟਰਨ ਦੇ ਵਿੱਚ। ਈਸਟਰਨ ਹਿਮਾਲਿਆ ਦੇ ਵਿੱਚ ਰਿਸੀਵ ਹੁੰਦੀ ਹੈ ਇਹ ਰੇਨਫਾਲ ਕੰਪੈਰੇਟਿਵ ਜ਼ਿਆਦਾ ਹੁੰਦੀ ਆ ਵੈਸਟਰਨ ਦੇ ਨਾਲੋਂ। ਇਹਦੇ ਵਿੱਚ 4000 ਸਪਾਈਸਿਸ ਜਿਹੜੇ ਫੁੱਲਾਂ ਦੇ ਉਹ ਦੇਖਣ ਨੂੰ ਮਿਲਦੇ ਆ, 250 ਟਾਈਪਸ ਦੇ ਜਿਹੜੇ ਹੋਰ ਤਰ੍ਹਾਂ ਦੇ ਫਿੰਜ਼ਰਸ ਹੁੰਦੇ ਆ ਉਹ ਦੇਖਣ ਨੂੰ ਮਿਲਦੇ ਆ। ਯਾਨੀ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਵੈਰਾਈਟੀਜ਼ ਦੇਖਣ ਨੂੰ ਮਿਲਦੀਆਂ ਨੇ। ਐਵਰਗ੍ਰੀਨ ਫੋਰੈਸਟ ਵੀ ਜਿਹੜੇ ਨੇ ਇਹਦੇ ਵਿੱਚ ਥੋੜ੍ਹੇ ਬਹੁਤ ਇਨਕਲੂਡ ਹੋ ਜਾਂਦੇ ਆ। ਉਸ ਤੋਂ ਬਾਅਦ ਹੈ ਮਾਊਂਟੇਨਸ ਵੈਜੀਏਸ਼ਨ, ਜਿਹੜੀਆਂ ਨੇ ਉਹ ਕਾਫੀ ਹਿਲੀ, ਜਾਣੀ ਕਿ ਹਿਲੀ ਏਰੀਆ ਦੇ ਉੱਤੇ ਨੇ। ਡੈਕਨ, ਹੋਰ ਸਾਰੇ ਪਲੇਟਿਊਸ ਜਿਹੜੇ ਨੇ ਉਹ ਵੀ ਇਹਦੇ ਨਾਲ ਜੁੜੇ ਹੁੰਦੇ ਆ, ਅਤੇ ਇਹ ਕਾਫੀ ਅੱਗੇ ਤੱਕ ਫੈਲੀ ਹੋਈ ਆ। 200 ਸੈਂਟੀਮੀਟਰ ਤੋਂ ਵੱਧ ਜਿਹੜੀ ਰੇਨਫਾਲ ਆ ਉਹ ਵੀ ਇੱਥੇ ਏਰੀਏ ਨੂੰ ਦੇਖਣ ਨੂੰ ਮਿਲ ਜਾਂਦੀ ਹੈ। ਇੰਪੋਰਟੈਂਸ ਕੀ ਆ ਵੀ ਸਾਨੂੰ ਕਿਉਂ ਜਿਹੜੀ ਨੈਚੁਰਲ ਵੈਜੀਏਸ਼ਨ ਆ ਉਹਨੂੰ ਰੱਖਣਾ ਪੈਂਦਾ ਵਾ, ਜਾਂ ਉਹਦੀ ਕੀ ਜ਼ਿਆਦਾ ਮਹੱਤਤਾ ਵਾ? ਦੇਖੋ, ਪਹਿਲਾ ਹੈਗਾ ਡਾਇਰੈਕਟ ਬੈਨੀਫਿਟ ਸਾਨੂੰ ਕੀ ਨੇ? ਇਹ ਕੰਟਰੀ ਦੇ ਲਈ ਇੱਕ ਬੈਨੀਫਿਟ ਨੇ ਜਿਹਦੇ ਨਾਲ ਸਾਨੂੰ ਇੰਪਲੋਇਮੈਂਟ 40 ਲੱਖ ਪੀਪਲ ਜਿਹੜੇ ਨੇ ਇਸ ਉੱਤੇ ਡਿਪੈਂਡੈਂਟ ਨੇ, ਅਤੇ ਉਹ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਦੇ ਆ, ਜਿਵੇਂ ਟਰੀ ਨੂੰ ਕੱਟਣਾ, ਟਰਾਂਸਪੋਰਟੇਸ਼ਨਸ, ਲੌਗਸ, ਲੋਡਿੰਗ ਆਫ ਦੀ ਟਿੰਬਰ, ਇੱਦਾਂ ਦੀਆਂ ਜਿਹੜੇ ਵਰਕਸ ਨੇ ਉਹ ਕਰਦੇ ਨੇ। ਸਾਇੰਟਿਸਟ ਲਈ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਫੋਰੈਸਟ ਜਿਹੜੇ ਨੇ ਡਿਫਰੈਂਟ ਕੰਟਰੀ ਦੇ ਵਿੱਚ ਡਿਫਰੈਂਟ ਤਰੀਕੇ ਨਾਲ ਯੂਜ਼ ਹੁੰਦੇ ਆ, ਜਿਵੇਂ ਫਿਕਸਚਰ, ਫਰਨੀਚਰ, ਪੇਪਰ, ਕੋਲ ਆਦਿ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੇ ਕਰਦੇ ਆ। ਉਸ ਤੋਂ ਬਾਅਦ ਜਿਹੜੀ ਗੌਰਮੈਂਟ ਆ 1 ਲੱਖ ਬਿਲੀਅਨਸ ਤੋਂ ਲੈ ਕੇ 80 ਮਿਲੀਅਨ ਤੱਕ ਜਿਹੜੀ ਨੈਸ਼ਨਲ ਇਨਕਮ ਐਨੂਅਲ ਦੀ ਜਿਹੜੀ ਆ ਉਹ ਫੋਰੈਸਟ ਤੋਂ ਹੀ ਆਉਂਦੀ ਹੈ ਡਾਇਰੈਕਟਲੀ। ਅਤੇ ਇਹਦੇ ਵਿੱਚ ਕੁਛ ਅਜਿਹੇ ਦਰਖਤ ਵੀ ਨੇ ਜਿਹੜੇ ਸਾਨੂੰ ਕੀ ਨੇ ਐਜ਼ ਏ ਮੈਡੀਸਨਸ ਦੇ ਤੌਰ 'ਤੇ ਵੀ ਵਰਤੇ ਜਾਂਦੇ ਆ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਆਂਵਲਾ, ਹੋਰ ਸਾਰੇ ਆਯੁਰਵੈਦਿਕ ਬਹੁਤ ਸਾਰੀਆਂ ਜਿਹੜੀਆਂ ਮੈਡੀਸਨਸ ਨੇ ਉੱਥੋਂ ਬਣਦੀਆਂ ਨੇ। ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਕੁਛ ਇੱਦਾਂ ਦੇ ਗ੍ਰਾਸ ਵੀ ਨੇ ਜਿਨ੍ਹਾਂ ਨੂੰ ਅਸੀਂ ਕੀ ਆ ਯੂਜ਼ ਕਰਦੇ ਹਾਂ ਪੇਪਰ ਬਣਾਉਣ ਦੇ ਲਈ, ਜਾਂ ਅੱਜ ਕੱਲ੍ਹ ਆਰਟੀਫਿਸ਼ਲਸ ਪਰਫਿਊਮਸ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਵੀ ਸਾਰੇ ਇਹ ਤੋਂ ਹੀ ਬਣਦੇ ਆ। ਉਸ ਤੋਂ ਬਾਅਦ ਇਹਦੇ ਕੁਛ ਅਜਿਹੇ ਮਟੀਰੀਅਲਸ ਹੁੰਦੇ ਆ ਜਿਵੇਂ ਡਰਾਈ ਲੀਵਸ, ਉਹਦੇ ਵਿਕਸ, ਫਰੂਟਸ, ਇਹ ਸਾਰੀਆਂ ਚੀਜ਼ਾਂ ਸਾਨੂੰ ਵੀ ਇੱਥੋਂ ਮਿਲਦੀਆਂ ਨੇ। ਇਸ ਤੋਂ ਇਲਾਵਾ ਕੁਛ ਸਕਿਨਸ, ਸਿਲਕ ਆਇਲ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੀ ਸਾਨੂੰ ਇੱਥੋਂ ਪ੍ਰੋਵਾਈਡ ਹੋ ਜਾਂਦੀਆਂ ਨੇ। 25 ਮਿਲੀਅਨਸ ਤੋਂ ਜਿਹੜੇ ਟ੍ਰਿਬਲਸ ਲੀਵ ਕਰਦੇ ਆ, ਜਾਣੀ ਕਿ ਜਿਹੜੇ ਕਬੀਲੇ ਦੇ ਲੋਕ ਨੇ ਉਹ ਵੀ ਇੱਥੇ ਰਹਿੰਦੇ ਨੇ, ਉਹਨਾਂ ਦਾ ਇੱਕ ਘਰ ਦੀ ਤਰ੍ਹਾਂ ਇਹ ਬਣਿਆ ਹੋਇਆ ਵਾ। ਫੋਰੈਸਟ ਜਿਹੜਾ ਵਾ ਨੇ ਇਹ ਰਿਚ ਅਤੇ ਵਾਈਲਡ ਲਾਈਫ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਜਿਵੇਂ ਜੰਗਲੀ ਜਾਨਵਰਾਂ ਦੇ ਰਹਿਣ ਦੇ ਲਈ ਇਹ ਸਭ ਤੋਂ ਜ਼ਿਆਦਾ ਇੱਕ ਸੇਫ ਪਲੇਸ ਆ ਉਹਨਾਂ ਦੇ। ਇਨਡਾਇਰੈਕਟ ਬੈਨੀਫਿਟਸ ਕੀ ਨੇ ਇਹਦੇ ਵਿੱਚ? ਹੈਗਾ ਵਾ ਕੰਟਰੋਲ ਦੀ ਰੇਨਫਾਲ, ਜਿਹੜਾ ਰੇਨਫਾਲ ਹੁੰਦਾ ਵਾ ਉਹਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੇ ਫੋਰੈਸਟ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਆ। ਕਲਾਈਮੇਟ ਦੇ ਵਿੱਚ ਜਿਵੇਂ ਟੈਂਪਰੇਚਰ ਦਾ ਇਨਕਰੀਜ਼ ਹੋ ਜਾਣਾ ਜਾਂ ਟੈਂਪਰੇਚਰ ਨੂੰ ਕੰਟਰੋਲ ਕਰਨਾ, ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕੌਣ ਕਰਦਾ ਵਾ? ਪਲਾਂਟਸ, ਜਾਂ ਤੁਸੀਂ ਕਹਿ ਦਿਓ ਫੋਰੈਸਟ ਕਰਦੇ ਆ। ਚੈਕਿੰਗ ਦੀਆਂ ਫਲੱਡਸ ਵੀ, ਜਿਹੜੇ ਫਲੱਡਸ ਆਉਂਦੇ ਆ ਉਹਨਾਂ ਨੂੰ ਰੋਕਣ ਦੇ ਲਈ, ਸਾਰੀਆਂ ਚੀਜ਼ਾਂ ਨੂੰ ਤਬਾਹੀ ਤੋਂ ਬਚਾਉਣ ਦੇ ਲਈ ਜਿਹੜੇ ਟਰੀਜ਼ ਨੇ ਉਹ ਬਹੁਤ ਜ਼ਿਆਦਾ ਹੈਲਪਫੁਲ ਨੇ। ਉਸ ਤੋਂ ਬਾਅਦ ਆ ਜਾਂਦਾ ਚੈਕਿੰਗ ਦੀਆਂ ਸੋਇਲ ਏਰੇਸ਼ਨਸ, ਜਿਵੇਂ ਹੈਵੀ ਰੇਨਫਾਲਸ ਜਾਂ ਫਿਰ ਫਲੱਡਸ ਆਉਣ ਦੇ ਨਾਲ ਜਿਹੜਾ ਸਾਡੇ ਸੋਇਲਸ ਆ ਉਹਦੀਆਂ ਜਿਹੜੀਆਂ ਮੇਨ ਇੰਪੋਰਟੈਂਟ ਜਿਹੜੀ ਉੱਪਰਲੀ ਲੇਅਰ ਹੁੰਦੀ ਆ ਉਹ ਲੈ ਜਾਂਦੀ ਆ, ਅਤੇ ਉਹਨੂੰ ਬਚਾਉਣ ਦੇ ਲਈ ਫੋਰੈਸਟ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਆ।
ਫਰਟੀਲਿਟੀ ਆਫ ਸੋਇਲ ਦੀ ਫਰਟੀਲਿਟੀ ਨੂੰ ਵਧਾਉਣ ਦੇ ਲਈ ਜਿਵੇਂ ਲੀਵਸ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਥੱਲੇ ਗਿਰਦੀਆਂ ਨੇ, ਜਿਹਦੇ ਨਾਲ ਗ੍ਰੀਨ ਮੈਨਿਓਰ ਜਾਂ ਹਰੀ ਖਾਦ ਬਣਦੀ ਹੈ, ਜਿਹੜੀ ਕਿ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਆ ਸੋਇਲ ਦੀ ਫਰਟੀਲਿਟੀ ਨੂੰ ਵਧਾਉਣ ਦੇ ਲਈ। ਨੇਚਰ ਗਿਫਟ, ਇਹ ਸਾਡਾ ਨੇਚਰ ਦਾ ਇੱਕ ਬਹੁਤ ਇੰਪੋਰਟੈਂਟ ਗਿਫਟ ਹੈ। ਇੱਕ ਬਿਊਟੀਫੁਲ ਏਰੀਆ ਵਾ ਜਿੱਥੇ ਬਹੁਤ ਸਾਰੇ ਟੂਰਿਸਟ ਜਾਂਦੇ ਨੇ, ਜਿਨ੍ਹਾਂ ਨੂੰ ਉਹਨੂੰ ਦੇਖਣਾ, ਅਤੇ ਉਹਦੇ ਨਾਲ ਸਾਡੀ ਜਿਹੜੀ ਇਨਕਮ ਆ ਉਹ ਵੀ ਇਨਕਰੀਜ਼ ਹੋ ਜਾਂਦੀ ਆ। ਬੂਨਸ ਟੂ ਦੀਆਂ ਇੰਡਸਟਰੀਜ਼, ਜਿਹੜੀਆਂ ਇੰਡਸਟਰੀਆਂ ਨੇ ਉਹਨਾਂ ਦੀ ਇੱਕ ਬੌਨ ਦੀ ਤਰ੍ਹਾਂ ਕੰਮ ਕਰਦੀ ਹੈ, ਇੱਕ ਹੱਡੀ ਦੀ ਤਰ੍ਹਾਂ, ਰੀੜ੍ਹ ਦੀ ਹੱਡੀ ਤਰ੍ਹਾਂ, ਕਿਉਂਕਿ ਇਹ ਇੱਕ ਤਰ੍ਹਾਂ ਦਾ ਬੇਸ ਹੈ। ਇੱਥੋਂ ਹੀ ਸਾਨੂੰ ਪੇਪਰ, ਸਾਨੂੰ ਸਿਲਕ, ਸਾਨੂੰ ਵੁੱਡ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੋਂ ਹੀ ਮਿਲ ਜਾਂਦੀਆਂ ਨੇ। ਵਾਈਲਡ ਲਾਈਫ ਤੁਹਾਨੂੰ ਪਤਾ ਜੰਗਲੀ ਜਾਨਵਰ, ਜੋ ਦੇਖਿਆ ਜਾਵੇ ਅੱਜ ਤੋਂ ਕਈ ਸਾਲ ਪਹਿਲਾਂ ਤਾਂ ਜਿਹੜੇ ਜਾਨਵਰ ਸੀਗੇ ਉਹਨਾਂ ਦੀਆਂ ਜਿਹੜੀਆਂ ਤਾਦਾਦ ਜਾਂ ਤੁਸੀਂ ਕਹਿ ਦਿਓ ਉਹਨਾਂ ਦੀਆਂ ਕਿਸਮਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਘੱਟ ਚੁੱਕੀਆਂ ਸੀ। ਅੱਜ ਤੋਂ ਕਈ ਸਾਲ ਪਹਿਲਾਂ 7600 ਸਪਾਈਸੀਜ਼ ਦੇ ਵਾਈਲਡ ਲਾਈਫ ਜਿਹੜੇ ਸਾਡੀ ਕੰਟਰੀ ਵਿੱਚ ਦੇਖਣ ਨੂੰ ਮਿਲਦੇ ਸੀਗੇ। 2500 ਤਰ੍ਹਾਂ ਦੀਆਂ ਫਿਸ਼ਿਸ ਜਿਹੜੀਆਂ ਸੀਗੀਆਂ ਉਹ ਮਿਲਦੀਆਂ ਸੀਗੀਆਂ। 2000 ਸਪਾਈਸੀਜ਼ ਜਿਹੜੇ ਸੀ ਉਹ ਵਰਲਡ ਦੇ ਜੇ 400 ਸਪਾਈਸੀਜ਼ ਜਿਹੜੇ ਸੀ ਉਹ ਸਨੇਕਸ ਦੇ ਜਿਹੜੇ ਮਿਲਦੇ ਸੀ। ਬਟ ਹੌਲੀ ਹੌਲੀ ਜਿਵੇਂ ਜਿਵੇਂ ਇਨਵਾਇਰਮੈਂਟ ਚੇਂਜ ਹੋ ਰਿਹਾ ਵਾ, ਪਾਪੂਲੇਸ਼ਨ ਦੀ ਗਰੋਥ ਜਿਹੜੀ ਆ ਉਹ ਤੇਜ਼ੀ ਨਾਲ ਵੱਧ ਰਹੀ ਆ, ਉਹਦੇ ਨਾਲ ਜਿਹੜੇ ਵਾਈਲਡ ਲਾਈਫ ਨੇ ਉਹਨਾਂ ਨੂੰ ਆਪਣੀ ਗਰੋਥ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਪ੍ਰੋਟੈਕਟ ਅਤੇ ਇਹਨੂੰ ਕੰਜ਼ਰਵ ਕਰਨ ਦੇ ਲਈ ਇਹ ਕੰਟਰੀ ਦੇ ਲਈ ਇੱਕ ਇੰਪੋਰਟੈਂਟ ਰੋਲ ਪਲੇ ਕਰ ਰਹੇ ਨੇ। 1300 ਪਲੱਸ ਜਿਹੜੇ ਏਰੀਆ ਰਿਜ਼ਰਵ ਕੀਤਾ ਗਿਆ ਵਾ ਵਾਈਲਡ ਲਾਈਫ ਦੇ ਲਈ, ਤਾਂ ਜੋ ਕੀ ਆ ਵੀ ਇਹ ਸਾਰੇ ਜਿਹੜੇ ਏਰੀਆ ਵਾ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਐਨੀਮਲਸ ਅਤੇ ਬਰਡਸ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਸੁਰੱਖਿਅਤਾ ਪ੍ਰਦਾਨ ਕੀਤੀ ਜਾ ਸਕੇ। ਜਿਵੇਂ ਇਹਦੇ ਵਿੱਚ ਕੁਛ ਰਿਜ਼ਰਵ ਏਰੀਆ ਦੱਸੇ ਗਏ ਨੇ, ਜਿਵੇਂ ਨੀਲਗਿਰੀ ਆ, ਇਹ ਕੁਛ ਕੁ ਏਰੀਆਜ਼ ਨੇ ਜਿਹੜੇ ਸਾਨੂੰ ਕੀਤੇ ਗਏ ਨੇ, ਉਹ ਰਿਜ਼ਰਵ ਕੀਤੇ ਗਏ ਨੇ। ਉਸ ਤੋਂ ਬਾਅਦ ਸੋਇਲ, ਤੁਹਾਨੂੰ ਪਤਾ ਵਾ ਜੀ ਮਿੱਟੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ, ਬਿਨਾਂ ਮਿੱਟੀ ਤੋਂ ਜਿਹੜੀ ਕੋਈ ਵੀ ਨਾ ਹੀ ਕੋਈ ਪ੍ਰੋਡਕਸ਼ਨ ਹੋ ਸਕਦੀ ਹੈ, ਨਾ ਹੀ ਐਗਰੀਕਲਚਰ ਨੂੰ ਇਨਕਰੀਜ਼ ਕੀਤਾ ਜਾ ਸਕਦਾ। ਤਾਂ ਇੱਕ ਸਭ ਤੋਂ ਇੰਪੋਰਟੈਂਟ ਰੋਲ ਪਲੇ ਕਰਦੀ ਆ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਹੀ ਜਿਹੜੇ ਇੰਡਸ ਸੀਗੇ, ਇੰਡਸ ਵੈਲੀਏਸ਼ਨ ਆਈ ਜਾਂ ਆਰੀਅਨ ਸਿਵਲਾਈਜੇਸ਼ਨ ਆਈ, ਇਹ ਸਾਰੀਆਂ ਨੇ ਹੀ ਮਿੱਟੀ ਦੀ ਫਰਟੀਲਿਟੀ ਨੂੰ ਯੂਜ਼ ਕੀਤਾ, ਰਿਵਰਸ ਨੂੰ ਯੂਜ਼ ਕੀਤਾ, ਤਾਂ ਜੋ ਕਿ ਇਹ ਵੀ ਆਪਣੀ ਫਰਟੀਲਿਟੀ ਨੂੰ ਬਣਾ ਕੇ ਆਪਣਾ ਜਿਹੜੀ ਜ਼ਰੂਰਤਾਂ ਨੇ ਉਹਨੂੰ ਪੂਰੀਆਂ ਕੀਤਾ ਜਾ ਸਕੇ। ਸੋਇਲ ਦੀ ਡੈਫੀਨੇਸ਼ਨ ਕੀ ਆ? ਸੋਇਲ ਕੀ ਆ? ਅਨਕੰਸੋਲੀਡੇਟਡ ਲੇਅਰਸ ਆ ਜਿਹੜੀ ਕਿ ਅਰਥ ਦੇ ਉੱਤੇ ਕਰਸਟ ਤੋਂ ਬਣਦੀ ਆ, ਜਾਣੀ ਕਿ ਜਿਹੜੇ ਚੱਟਾਨਾਂ ਨੇ ਉਹਨਾਂ ਦੀ ਟੁੱਟ ਭੱਜ ਤੋਂ ਜਾਂ ਕੁਛ ਹੋਰ ਮੀਂਹ ਮੂੰਹ ਦੇ ਆਉਣ ਦੇ ਨਾਲ ਜਿਹੜੀਆਂ ਨਵੀਆਂ ਪਰਤਾਂ ਵਿੱਚ ਜਾਂਦੀਆਂ ਨੇ, ਇਹ ਕੀ ਹੈ? ਇੱਕ ਤਰ੍ਹਾਂ ਦੀ ਇੰਪੋਰਟੈਂਟ ਚੀਜ਼ ਹੈ। ਸਭ ਤੋਂ ਉੱਪਰਲੀ ਲੇਅਰ ਹੁੰਦੀ ਹੈ ਜਿਹੜੀ ਕਿ ਸਾਨੂੰ ਕੋਈ ਵੀ ਫਸਲ ਬੀਜਣ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸੋਇਲ ਫਾਰਮੇਸ਼ਨ ਪ੍ਰੋਸੈਸ ਕਿੱਦਾਂ ਬਣਦੀ ਆ? ਉਹ ਸਭ ਨੂੰ ਪਤਾ ਹੀ ਆ ਵੀ ਜਿਹੜੀ ਕੁਛ ਵੀ ਜਿਹੜੀਆਂ ਮਿੱਟੀ ਬਣਦੀ ਆ ਉਹ ਕਿਸ ਤਰੀਕੇ ਨਾਲ ਇਹਨੂੰ 1000 ਆਫ ਈਅਰ ਲੱਗ ਜਾਂਦੇ ਆ 1 ਇੰਚ ਮਿੱਟੀ ਬਣਨ ਦੇ ਲਈ। ਇਹਨੂੰ ਕੀ ਕੀਤਾ ਜਾਂਦਾ? ਇੱਕ ਚੱਟਾਨਾਂ ਤੋਂ ਜਿਹੜੀ ਮਿੱਟੀ ਰਗੜਦੀ ਆਉਂਦੀ ਆ ਜਾਂ ਇਨਵਾਇਰਮੈਂਟ ਦੇ ਵਿੱਚ ਥੋੜ੍ਹਾ ਬਹੁਤਾ ਚੇਂਜ ਹੋਣ ਕਰਕੇ ਜਿਹੜੀਆਂ ਮਿੱਟੀਆਂ ਬੈਕਟੀਰੀਆ ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਮਿਲ ਕੇ ਬਣ ਜਾਂਦੀ ਆ, ਅਤੇ ਇਹ ਮਿੱਟੀ ਬਣਨ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਵਾ। ਫੈਕਟਰ ਕਿਹੜੇ ਕਿਹੜੇ ਇਫੈਕਟ ਕਰ ਰਹੇ ਨੇ ਸੋਇਲ ਫਾਰਮੇਸ਼ਨ ਨੂੰ? ਪਹਿਲਾ ਹੈਗਾ ਪੇਰੈਂਟ ਰੌਕ ਜਿਹੜੀਆਂ ਨੇ ਉਹ ਬੈਡ ਰੌਕ ਵੀ ਕਿਹਾ ਜਾਂਦਾ ਵਾ। ਇਹ ਸੈਂਟੀਮੈਂਟਲ ਰੌਕਸ ਤੋਂ ਬਣਦੀਆਂ ਨੇ, ਅਤੇ ਇਹ ਸਾਡੇ ਨਾਰਥਰਨ ਪਲੇਨ ਏਰੀਏ ਦੇ ਵਿੱਚ ਇੱਦਾਂ ਦੀ ਮਿੱਟੀ ਜਿਹੜੀ ਆ ਉਹ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ। ਕਲਾਈਮੇਟ ਦੇ ਨਾਲ ਹੀ ਮਿੱਟੀ ਦਾ ਸਟਰਕਚਰ, ਉਹਦੀ ਕੁਆਲਿਟੀ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਦੀਆਂ ਨੇ। ਜਿੰਨਾ ਜ਼ਿਆਦਾ ਟੈਂਪਰੇਚਰ ਉਸ ਅਕੋਰਡਿੰਗ ਜਿਹੜੀ ਆ ਮਿੱਟੀਆਂ ਦੀ ਸ਼ੇਪਸ ਅਤੇ ਉਹਦੀ ਫਰਟੀਲਿਟੀ ਜਿਹੜੀ ਆ ਉਹ ਵੱਧਦੀ ਘੱਟਦੀ ਰਹਿੰਦੀ ਆ। ਕਲਾਈਮੇਟ ਅਤੇ ਸਲੋਪ ਜਿਹੜਾ ਵਾ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਵਾ ਮਿੱਟੀ ਦੀ ਡਿਵੈਲਪਮੈਂਟ ਦੇ ਲਈ। ਜੇ ਸਾਡੀ ਸਲੋਪ ਕੀ ਆ? ਸਟੀਫਰ ਸਲੋਪ ਆ, ਤਾਂ ਇਹਦੇ ਵਿੱਚ ਜਿਹੜਾ ਪਾਣੀ ਤੇਜ਼ੀ ਨਾਲ ਵਹਿੰਦਾ ਵਾ ਅਤੇ ਮਿੱਟੀ ਜਿਹੜੀ ਆ ਉਹ ਤੇਜ਼ੀ ਨਾਲ ਡਿੱਗਦੀ ਆ, ਤਾਂ ਇਹ ਸਾਰੀਆਂ ਰੋਲਸ ਜਿਹੜੇ ਨੇ ਉਹਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦੇ ਆ। ਨੈਚੁਰਲ ਵੈਜੀਏਸ਼ਨ, ਕੁਦਰਤੀ ਬਨਸਪਤੀ ਕੀ ਆ? ਇੱਕ ਤਰ੍ਹਾਂ ਦਾ ਐਲੀਮੈਂਟ ਆ ਜਿਹੜਾ ਕਿ ਸਪਲਾਈ ਕਰਦਾ ਔਰਗੈਨਿਕ ਥਿੰਗਸ ਅਤੇ ਪੇਰੈਂਟ ਮਟੀਰੀਅਲਸ 'ਤੇ ਹੈਲਪਫੁਲ ਆ ਸਾਡੇ ਡਿਵੈਲਪਮੈਂਟ ਦੇ ਲਈ। ਸਾਡੀ ਸੋਇਲ ਅਤੇ ਸਾਡੀ ਕੰਟਰੀ ਦੇ ਐਲੀਮੈਂਟਸ ਨੂੰ ਬਹੁਤ ਜ਼ਿਆਦਾ ਜ਼ਰੂਰੀ ਨੇ। ਇਹ ਸਾਡੇ ਵਾਟਰ ਬੋਡੀਜ਼ ਅਤੇ ਹੋਰ ਸਾਰੀਆਂ ਚੀਜ਼ਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਰੋਲ ਪਲੇ ਕਰ ਜਾਂਦੀਆਂ ਨੇ। ਉਸ ਤੋਂ ਬਾਅਦ ਆ ਜਾਂਦਾ ਟਾਈਮ। ਇਹਨੂੰ ਬਣਨ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ, ਬਟ ਜਿਹੜੀ ਇਹਦੀ ਬਣਨ ਦੀ ਪ੍ਰੋਸੈਸ ਆ ਉਹ ਬਹੁਤ ਜ਼ਿਆਦਾ ਸਲੋ ਹੁੰਦੀ ਆ, ਬਟ ਇਹਦੇ ਵਿੱਚ ਇਹਦੀ ਫਰਟੀਲਿਟੀ ਹੋਰ ਵੀ ਜ਼ਿਆਦਾ ਇਨਕਰੀਜ਼ ਹੁੰਦੀ ਹੈ ਜਿਵੇਂ ਜਿਵੇਂ ਬਣਦੀ ਹੈ। ਕਲਾਸੀਫਿਕੇਸ਼ਨ ਆਫ ਇੰਡੀਅਨ ਸੋਇਲ ਨੂੰ ਕਈ ਤਰੀਕੇ ਦੇ ਨਾਲ ਉਹਨੂੰ ਵੰਡਿਆ ਜਾ ਸਕਦਾ, ਜਿਵੇਂ ਫਰਟਾਈਲ, ਇਨਫਰਟਾਈਲ, ਹੋਰ ਕਈ ਤਰੀਕੇ ਨਾਲ ਇਹਨਾਂ ਨੂੰ ਵੰਡਿਆ ਜਾਂਦਾ ਵਾ, ਅਤੇ ਉਹ ਅਸੀਂ ਹੁਣ ਅੱਗੇ ਪੜ੍ਹਾਂਗੇ। ਦੇਖੋ, ਪਹਿਲੀ ਹੈਗੀ ਆ ਐਲੂਵਲ ਸੋਇਲ। ਇਹ ਸੋਇਲ ਕੀ ਆ? ਇਹ ਸਾਡੇ 15 ਲੱਖ ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਇਹ ਫੈਲੀ ਹੋਈ ਆ, ਅਤੇ ਇਹਦੇ ਵਿੱਚ 500 ਮੀਟਰ ਤੋਂ ਬਿਲੋ ਜਿਹੜੀ ਆ ਗਰਾਊਂਡ ਸਰਫੇਸ ਜਿਹੜਾ ਵਾ ਉਹਦੇ ਵਿੱਚ ਇਨਕਲੂਡ ਕੀਤਾ ਗਿਆ ਵਾ। ਰੀਜਨਲ ਐਕਸਟੈਂਸ਼ਨ, ਇਹਦੀ ਜਿਹੜੀ ਐਕਸਟੈਂਸ਼ਨ ਆ ਉਹ ਕੀ ਆ? ਨਾਰਥ ਇੰਡੀਆ ਤੋਂ ਲੈ ਕੇ ਐਲੂਵਲ ਸੋਇਲ ਜਿਹੜੀ ਆ ਉਹ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਈਸਟਰਨ ਰਾਜਸਥਾਨ, ਬਿਹਾਰ, ਵੈਸਟ ਬੰਗਾਲ, ਹੋਰ ਕਈ ਏਰੀਆ ਦੇ ਵਿੱਚ ਫੈਲੀ ਹੋਈ ਆ, ਅਤੇ ਉਹਨਾਂ ਤੋਂ ਇਹ ਬਣਦੀ ਆ। ਕੈਮੀਕਲ ਕੰਪੋਜੀਸ਼ਨਸ, ਜਿਹੜੀ ਕੈਮੀਕਲ ਕੰਪੋਜੀਸ਼ਨ ਦੇਖਿਆ ਜਾਵੇ ਤਾਂ ਇਹਦੇ ਵਿੱਚ ਪੋਟਾਸ਼, ਫਾਸਫੋਰਸ, ਲੀਮਸ, ਮੈਗਨੀਸ਼ੀਅਮ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਇਨਕਲੂਡ ਨੇ ਜਿਹਦੇ ਨਾਲ ਇਹ ਬਣਦੀ ਆ। ਸੋਇਲ ਸਟਰਕਚਰ, ਇਹਦਾ ਸਟਰਕਚਰ ਜਿਹੜਾ ਵਾ ਉਹ ਸਾਨੂੰ ਦੇਖਣ ਨੂੰ ਮਿਲਦਾ ਵਾ ਰਿਵਰ ਅਤੇ ਓਰੀਜਿਨ ਤੋਂ ਬਣਦਾ ਵਾ, ਯਾਨੀ ਕਿ ਜਦੋਂ ਰਿਵਰ ਬਣਦੀਆਂ ਨੇ ਉਹਨਾਂ ਤੋਂ ਬਣਦਾ ਵਾ। ਮਾਊਂਟੇਨ ਸਲੋਪਸ ਜਿਹੜੀ ਹਿਮਾਲਿਆ ਦੀ ਆ ਅਤੇ ਨਾਰਥਰਨ ਪਲੇਟਿਊ ਆ, ਉਹ ਇੱਕ ਮੇਨ ਰੀਜ਼ਨ ਬਣਦੇ ਆ ਇਸ ਦਾ ਬਣਨ ਦਾ। ਉਸ ਤੋਂ ਬਾਅਦ ਆ ਜਾਂਦਾ ਰੇਵਿਨ ਇਨ ਐਲੂਵਲ ਸੋਇਲ, ਵੀ ਕੁਛ ਅਜਿਹੀ ਸੋਇਲ ਜਿਹੜੀ ਕਿ
ਰਿਵਰ ਦੇ ਬੇਸਿਨਸ ਤੋਂ ਬਣਦੀਆਂ ਨੇ, ਜਿਵੇਂ ਗੰਗਾ ਸਤਲੁਜ ਇਹਨਾਂ ਤੋਂ ਕੁਛ ਬਣਦੀਆਂ ਨੇ, ਤਾਂ ਉਹਨੂੰ ਕਿਹਾ ਜਾਂਦਾ ਵਾ ਜਿਵੇਂ ਖੱਦਰ ਖਾਂਦਰ ਸੋਇਲ। ਇਹ ਜਿਹੜੀ ਸੋਇਲ ਆ ਇਹ ਐਸਟਿਕ ਸੋਇਲ ਹੁੰਦੀ ਹੈ, ਐਸਟਿਕ ਨੇਚਰ ਹੁੰਦਾ ਵਾ ਇਹ, ਕਲੇਈ ਸੋਇਲਡ ਵੀ ਹੁੰਦੀ ਆ, ਅਤੇ ਐਨੂਅਲ ਫਲੱਡ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਇਹ ਬਣਦੀ ਆ। ਬੰਗਰ ਸੋਇਲ, ਹੁਣ ਇਹ ਸੋਇਲ ਜਿਹੜੀ ਆ ਇਹ ਪਲੇਨ ਏਰੀਆ 30 ਮੀਟਰ ਤੋਂ ਅਬਵ ਫਲੱਡ ਏਰੀਏ ਦੇ ਕਰਕੇ ਬਣਦੀ ਆ, ਅਤੇ ਇਹ ਰੀਵਰਸ ਅਤੇ ਵਾਟਰ ਤੋਂ ਜਿਹੜਾ ਪੂਰੀ ਤਰ੍ਹਾਂ ਰੀਚ ਨਹੀਂ ਕਰ ਪਾਉਂਦਾ, ਅਤੇ ਓਲਡਨ ਡਿਪੋਜ਼ਿਟ ਤੋਂ ਹੀ ਇਹ ਬਣਦੀਆਂ ਨੇ, ਡਾਰਕ ਕਲਰ ਦੀਆਂ ਹੁੰਦੀਆਂ ਨੇ। ਤਰਾਈ ਐਲਵਲ ਸੋਇਲ, ਇਹ ਏਰੀਆ ਜਿਹੜਾ ਵਾ ਹਿਮਾਲਿਆ ਦੇ ਮਾਊਂਟੇਨ ਏਰੀਆ ਤੋਂ ਬਣਦੀਆਂ ਨੇ। ਉੱਤਰ ਪ੍ਰਦੇਸ਼, ਬਿਹਾਰ ਅਤੇ ਵੈਸਟ ਬੰਗਾਲ ਦੇ ਵਿੱਚ ਜ਼ਿਆਦਾ ਏਰੀਆ ਜਿੱਥੇ ਪਾਣੀ ਬਹੁਤ ਤੇਜ਼ੀ ਨਾਲ ਵਹਿੰਦਾ ਵਾ, ਉੱਥੇ ਦੇਖਣ ਨੂੰ ਮਿਲਦੀ ਆ। ਡੈਲਟਾਈਕਸ ਐਲਵਲ, ਅਤੇ ਇਹ ਜਿਹੜੀ ਹੁੰਦੀ ਆ ਡੈਲਟਾ, ਜਿੱਥੇ ਲਾਰਜ ਅਮਾਊਂਟ ਜਿਹੜੀ ਹੁੰਦੀ ਆ ਮਿੱਟੀ ਜਾਂ ਡੈਲਟਾ ਜਿਹੜਾ ਵਾ ਉਹ ਰਹਿ ਜਾਂਦਾ ਵਾ, ਅਤੇ ਰਿਚ ਹਿਊਮਸ ਦੇ ਨਾਲ ਹੁੰਦੀ ਆ। ਸੁੰਦਰਬਨ ਜਿਹੜਾ ਡੈਲਟਾ ਵਾ ਇਹਦੀ ਬੈਸਟ ਐਗਜ਼ਾਮਪਲ ਆ। ਉਸ ਤੋਂ ਬਾਅਦ ਹੈ ਕੋਸਟਲ ਐਲਵਲ ਸੋਇਲ, ਵੀ ਕੋਸਟਲ ਏਰੀਆ ਦੇ ਕੋਲੋਂ ਜਿਹੜੀਆਂ ਬਣਦੀਆਂ ਨੇ, ਜਿਹੜੀਆਂ ਨਦੀਆਂ ਆਉਂਦੀਆਂ ਨੇ, ਉਹ ਪਾਣੀ ਜਿਹੜਾ ਵਹਿ ਜਾਂਦਾ ਵਾ, ਅਤੇ ਉਸ ਸਮੁੰਦਰ ਦੇ ਕੋਲ ਜਿਹੜੀ ਮਿੱਟੀ ਬਣ ਜਾਂਦੀ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ। ਇੰਪੋਰਟੈਂਸ, ਇਹ ਕਾਫੀ ਜ਼ਿਆਦਾ ਫਰਟਾਈਲ ਹੁੰਦੀ ਆ, ਅਤੇ ਨਦੀਆਂ ਅਤੇ ਖੂਹਾਂ ਦੇ ਵਿੱਚੋਂ ਇਹ ਜ਼ਿਆਦਾ ਨਿਕਲਦੀ ਆ, ਅਤੇ ਇਹ ਸਾਨੂੰ ਫਰਟੀਲਿਟੀ ਬਹੁਤ ਜ਼ਿਆਦਾ ਪ੍ਰੋਵਾਈਡ ਕਰਦੀ ਆ। ਇੱਕ ਸਭ ਤੋਂ ਬੈਸਟ ਜਿਹੜੀ ਸੋਇਲ ਆ ਉਹ ਮੰਨੀ ਜਾਂਦੀ ਆ। ਬਲੈਕ ਸੋਇਲ ਆ ਜਾਂਦੀ ਆ, ਕਾਲੀ ਮਿੱਟੀ ਜਿਹਨੂੰ ਕਿਹਾ ਜਾਂਦਾ ਪੰਜਾਬੀ ਦੇ ਵਿੱਚ। 5.5 ਜਿਹੜੀ ਆ ਲੈਕ ਸਕੁਏਅਰ ਏਰੀਆ ਕਿਲੋਮੀਟਰ ਦੇ ਵਿੱਚ ਇਹ ਸਾਰੀ ਵੈਲੀ ਹੋਈ ਆ। 8 ਮੀਟਰ ਤੋਂ ਬਿਲੋ ਜਿਹੜਾ ਸਰਫੇਸ ਏਰੀਆ ਉਹਦੇ ਵਿੱਚ ਰੱਖਿਆ ਗਿਆ ਵਾ। ਰੀਜਨਲ ਐਕਸਟੈਂਸ਼ਨ ਇਹ ਕਿੱਥੇ ਤੱਕ ਫੈਲੀ ਹੋਈ ਆ, ਇਹ ਦੇਖਿਆ ਜਾਂਦਾ ਮੁੰਬਈ ਮਹਾਰਾਸ਼ਟਰ ਦੇ ਵੈਸਟ ਤੋਂ ਲੈ ਕੇ ਅਮਰਨਾਟਕ ਪਲੈਟਿਊ, ਈਸਟਰਨ ਮੱਧ ਪ੍ਰਦੇਸ਼, ਬੈਲਗਾਮ, ਕਰਨਾਟਕਾ ਅਜਿਹੇ ਏਰੀਆਜ਼ ਦੇ ਵਿੱਚ ਇਹ ਫੈਲੀ ਹੋਈ ਆ। ਕੈਮੀਕਲ ਕੰਪੋਜੀਸ਼ਨ, ਇਹ ਕਾਫੀ ਰਿਚ ਆਇਰਨ ਹੁੰਦੀ ਆ, ਪੋਟਾਸ਼ ਹੁੰਦੀ ਆ, ਐਲਮੋਨੀਅਮ, ਲਿਮ, ਮੈਗਨੀਸ਼ੀਅਮ ਅਤੇ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਬਟ ਇਹਦੇ ਵਿੱਚ ਡੈਫੀਸਿਟ ਹੁੰਦੀ ਹੈ ਕਿਹਦੀ, ਨਾਈਟ੍ਰੋਜਨ, ਫਾਸਫੋਰਸ ਅਤੇ ਆਰਗੈਨਿਕ ਮੈਟਰ ਦੀ। ਉਸ ਤੋਂ ਬਾਅਦ ਇਹਦੀ ਕਰੈਕਟਰਿਸਟਿਕਸ ਕੀ ਆ, ਇਹ ਕੀ ਆ, ਡਿਸਇੰਟੀਗ੍ਰੇਸ਼ਨਸ ਆ, ਅਤੇ ਵੋਲੀਕੋਨਿਕ ਰੌਕਸ ਤੋਂ ਬਣਦੀ ਆ, ਯਾਨੀ ਕਿ ਜਿਹੜੀ ਜਵਾਲਾਮੁਖੀ ਫਟਦੇ ਆ ਉਹਨਾਂ ਦੀ ਰੌਕਸ ਦੇ ਵਿੱਚੋਂ ਇਹ ਨਿਕਲਦੀ ਆ, ਤਾਂ ਕਰਕੇ ਇਹਦੇ ਵਿੱਚ ਕੀ ਹੁੰਦਾ, ਆਇਰਨ ਅਤੇ ਐਲਮੋਨੀਅਮ ਬਹੁਤ ਜ਼ਿਆਦਾ ਮਿਲਦਾ ਵਾ, ਅਤੇ ਕਾਲੇ ਰੰਗ ਦੀ ਹੁੰਦੀ ਆ। ਇੰਪੋਰਟੈਂਸ ਇਹ ਤੁਹਾਨੂੰ ਪਤਾ ਵਾ ਵੀ ਇਹ ਕੀ ਆ, ਕਣਕ ਦੀ ਖੇਤੀ ਲਈ ਜਾਂ ਸ਼ੂਗਰ ਕੇਨ ਦੀ ਖੇਤੀ ਲਈ ਇਹ ਸਭ ਤੋਂ ਜ਼ਿਆਦਾ ਬੈਸਟ ਮੰਨੀ ਜਾਂਦੀ ਆ। ਰੈੱਡ ਸੋਇਲ, ਇਹਦਾ ਏਰੀਆ ਜਿਹੜਾ ਵਾ 2 ਲੱਖ ਸਕੁਏਅਰ ਕਿਲੋਮੀਟਰ ਏਰੀਆ ਤੱਕ ਆ, ਅਤੇ 5 ਮੀਟਰ ਤੱਕ ਡੈਪਥ ਤੱਕ ਹੁੰਦੀ ਹੈ ਇਹ। ਇਹਦਾ ਰੀਜ਼ਨ ਕੀ ਆ, ਇਹ ਇਨਸਰਕਲਿੰਗ ਆ ਬਲੈਕ ਸੋਇਲ ਏਰੀਆ ਦੇ ਵਿੱਚ, ਜਿੱਥੇ ਡੈਕਨ ਪਲੈਟਿਊ ਦੀ ਆਲ ਸਾਈਡਸ ਜਿਹੜੀਆਂ ਨੇ ਉਹ ਸਾਨੂੰ ਰੈੱਡ ਸੋਇਲ ਦੇਖਣ ਨੂੰ ਮਿਲਦੀਆਂ। ਕੈਮੀਕਲ ਸਟਰਕਚਰਸ ਜੋ ਇਹਦਾ ਦੇਖਿਆ ਜਾਵੇ ਤਾਂ ਇਹਦੇ ਵਿੱਚ ਮੈਟਾਫੋਰਿਕਸ ਰੌਕਸ ਤੋਂ ਇਹ ਜ਼ਿਆਦਾਤਰ ਬਣਦੀਆਂ ਨੇ, ਤਾਂ ਇਹਦੇ ਵਿੱਚ ਕਲੇ ਦੀ ਪ੍ਰੋਬਲਮ ਹੁੰਦੀ ਹੈ। ਇਹ ਪੂਅਰ ਹੁੰਦੀਆਂ ਨੇ ਨਾਈਟ੍ਰੋਜਨ, ਹਿਊਮਸ ਅਤੇ ਫਾਸਫੋਰਸ ਦੇ ਲਈ। ਐਲਮੋਨੀਅਮ, ਆਇਰਨ ਇਹਨਾਂ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਂਦਾ ਵਾ। ਉਸ ਤੋਂ ਬਾਅਦ ਆ ਜਾਂਦੇ ਲੈਟਿਟਿਕ ਸੋਇਲ। ਇਹ ਸੋਇਲ ਜਿਹੜੀ ਹੈ 2.5 ਲੱਖ ਸਕੁਏਅਰ ਕਿਲੋਮੀਟਰ ਏਰੀਆ ਦੇ ਵਿੱਚ ਮਿਲਦੀਆਂ ਨੇ। ਇਹ 4% ਤੋਂ ਜ਼ਿਆਦਾ ਏਰੀਆ ਜਿਹੜਾ ਵਾ ਇਹਦੇ ਵਿੱਚ ਕਵਰ ਹੁੰਦਾ ਵਾ। ਰੀਜਨਲ ਐਕਸਟੈਂਸ਼ਨ, ਇਹ ਜਿਹੜੀ ਐਕਸਟੈਂਸ਼ਨ ਹੈ ਇਹ ਡਿਵੈਲਪਡ ਏਰੀਆ ਨੇ, ਕਾਫੀ ਪੀਕ ਦੇ ਉੱਤੇ ਵੇਸਨੀਕਲ ਜਿਹੜੀਆਂ ਹਿਲਸ ਨੇ ਉਹਨਾਂ ਉੱਤੇ ਬਣੀਆਂ ਹੁੰਦੀਆਂ ਨੇ, ਅਤੇ ਇਹਦਾ ਨੀਅਰ ਬਾਏ ਜਿਹੜਾ ਏਰੀਆ ਹੁੰਦਾ ਉਹ ਤੋਂ ਦੇਖ ਕੇ ਬਣਦੀਆਂ ਨੇ। ਮੱਧ ਪ੍ਰਦੇਸ਼ ਹੋਰ ਸਾਰੇ ਏਰੀਆ ਵਿੱਚ ਮਿਲ ਜਾਂਦੀ ਹੈ। ਕੰਪੋਜੀਸ਼ਨ ਕੀ ਹੈ ਇਹਦੀ, ਇਹਦੇ ਵਿੱਚ ਨਾਈਟ੍ਰੋਜਨ, ਲੇਮਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਹੋਰ ਕਈ ਆਰਗੈਨਿਜ਼ਮ ਇਹਦੇ ਵਿੱਚ ਮਿਲਦੇ ਆ। ਇਹਦੀ ਕਰੈਕਟਰਿਸਟਿਕਸ ਕੀ ਆ, ਇਹਦੇ ਵਿੱਚ ਆਇਰਨ ਆਕਸਾਈਡ ਅਤੇ ਐਲਮੋਨੀਅਮ ਜਿਹੜੇ ਨੇ ਉਹ ਬਹੁਤ ਜ਼ਿਆਦਾ ਘੱਟ ਹੁੰਦੇ ਆ। ਲੈਫਟ ਹੋ ਜਾਣ ਕਰਕੇ ਇਹਨੂੰ ਬਾਕਸਾਈਡ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਇੱਟਾਂ ਬਣਾਉਣ ਦੇ ਲਈ ਇਹ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ। ਡੈਜ਼ਰਟ ਸੋਇਲ ਸੌਰੀ, ਇਹਦੇ ਵਿੱਚ ਕੀ ਆ 1.5 ਸਕੁਏਅਰ ਕਿਲੋਮੀਟਰ ਏਰੀਆ ਵਿੱਚ ਇਹ ਵਰਤੀ ਜਾਂਦੀ ਹੈ। ਇਹਦਾ ਰੀਜ਼ਨ ਜਿਹੜਾ ਵਾ ਉਹ ਇੰਡਸ ਵੈਲੀਜ਼ ਤੋਂ ਲੈ ਕੇ ਅਰਾਵਲੀ ਮਾਊਂਟੇਨਸ ਤੱਕ ਫੈਲਿਆ ਹੋਇਆ। ਇਹਦੀ ਕੈਮੀਕਲ ਪੋਜੀਸ਼ਨਸ ਜਿਹੜੀਆਂ ਨੇ ਉਹ ਸੋਲੇਬਲ ਸਾਲਟਸ ਜਾਂ ਕੈਲਸ਼ੀਅਮ ਜਾਂ ਕਾਰਬੋਨੇਟ ਇਹਨਾਂ ਚੀਜ਼ਾਂ ਤੋਂ ਮਿਲ ਕੇ ਇਹ ਬਣੀ ਹੋਈ ਹੈ। ਕਰੈਕਟਰਿਸਟਿਕਸ ਕੀ ਨੇ, 92% ਅਤੇ 8% ਕਲੇ ਕੰਟੈਂਟਸ ਤੋਂ ਬਣੀ ਹੋਈ ਹੈ, ਅਤੇ ਸੀ ਕੋਸਟਲ ਏਰੀਆ ਦੇ ਵਿੱਚੋਂ ਕੱਛ, ਗੁਜਰਾਤ ਇਹਨਾਂ ਦੇ ਵਿੱਚ ਦੇਖਣ ਨੂੰ ਜ਼ਿਆਦਾਤਰ ਮਿਲ ਜਾਂਦੀ ਹੈ। ਕ੍ਰੌਪਸ ਕਿਹੜੀਆਂ ਕਿਹੜੀਆਂ ਉੱਗ ਸਕਦੀਆਂ ਨੇ, ਬਾਜਰਾ, ਜਵਾਰ, ਕਾਟਨ, ਬੀਟਸ ਅਤੇ ਸ਼ੂਗਰ ਕੇਨ, ਹੋਰ ਸਾਰੀਆਂ ਕੁਝ ਵੈਜੀਟੇਬਲਸ ਜਿਹੜੇ ਨੇ ਇਹਦੇ ਵਿੱਚ ਉੱਗ ਜਾਂਦੀਆਂ ਨੇ। ਐਲਕਲੀਨ ਸੋਇਲ, ਇਹ ਸੋਇਲ ਜਿਹੜੀ ਹੈ ਜ਼ਿਆਦਾਤਰ ਕਵਰ ਕਰਦੀ ਹੈ ਏਰੀਆ 1.53 ਲੱਖ ਸਕੁਏਅਰ ਕਿਲੋਮੀਟਰ ਏਰੀਆ ਨੂੰ, ਅਤੇ ਇੰਟੀਰੀਅਰ ਪਾਰਟ ਆਫ ਕੰਟਰੀ ਉਹਦੇ ਵਿੱਚ ਮਿਲਦੀਆਂ ਨੇ। ਇਹਦਾ ਰੀਜ਼ਨ ਕੀ ਹੈ, ਸਮਾਲ ਪਿਚਿਸ ਦੇ ਵਿੱਚ ਬਣੀ ਹੋਈ ਹੈ, ਜਿਵੇਂ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਇਹਨਾਂ ਪੰਜਾਬ ਦੇ ਕੁਛ ਏਰੀਆ ਵਿੱਚ ਬਣੀ ਹੁੰਦੀ ਹੈ। ਕੰਪੋਜੀਸ਼ਨ ਕੀ ਹੈ ਇਹਦੀ, ਇਹਦੇ ਵਿੱਚ ਲਾਰਜ ਅਮਾਊਂਟ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਨਾਈਟ੍ਰੋਜਨ ਮਿਕਸਚਰ ਬਣੀ ਜਾਂਦੀ ਹੈ। ਕਰੈਕਟਰਿਸਟਿਕਸ ਕੀ ਨੇ, ਇਹ ਜਿਹੜੀ ਆ ਇਹ ਪੂਅਰ ਆ ਡਰੇਨ ਅਤੇ ਹਾਈ ਜਿਹੜੀ ਆ ਇਹ ਸੋਇਲ, ਸਬ ਸੋਇਲ ਵਾਟਰ ਟੈਪਸ ਦੇ ਵਿੱਚ ਇਹਨਾਂ ਨੂੰ ਪਾਇਆ ਜਾਂਦਾ ਵਾ, ਅਤੇ ਇਹ ਜ਼ਿਆਦਾਤਰ ਸਰਫੇਸ ਦੇ ਵਿੱਚ ਡਿਪੋਜ਼ਿਟ ਹੋਈਆਂ ਵਾਈਟ ਲੇਅਰ ਤੋਂ ਹੀ ਇਹ ਬਣਦੀਆਂ ਨੇ। ਇੰਪੋਰਟੈਂਸ ਕੀ ਆ, ਇਹਦਾ ਮੈਥਡ ਜਿਹੜਾ ਵਾ, ਜੇਕਰ ਅਸੀਂ ਇਹਦੀ ਸਿੰਜਾਈ ਦੇ ਸਾਧਨ ਨੂੰ ਵਧੀਆ ਯੂਜ਼ ਕਰੀਏ, ਗਿਮਸਮਸ ਅਤੇ ਹੋਰ ਸਾਰੀਆਂ ਚੀਜ਼ਾਂ ਪਾਈਏ ਤਾਂ ਇਹਨੂੰ ਇੰਪਰੂਵ ਕਰਕੇ ਵਧੀਆ ਫਸਲ ਜਿਹੜੀ ਉਹ ਲਈ ਜਾ ਸਕਦੀ ਹੈ। ਸ਼ੂਗਰ ਕੇਨ ਇਹਦੇ ਵਿੱਚ ਵਧੀਆ ਹੋ ਸਕਦੀ ਹੈ ਜੀ। ਉਸ ਤੋਂ ਬਾਅਦ ਹੈ ਮਾਰਸ਼ੀਜ਼ ਸੋਇਲਸ। ਇਹ ਜਿਹੜੀ ਸੋਇਲ ਹੈ ਇਹ ਰੀਜਨ ਮਿਲਦੀ ਹੈ 1500 ਸਕੁਏਅਰ ਕਿਲੋਮੀਟਰ ਏਰੀਆ ਦੇ ਵਿੱਚ। ਇਹ ਕੋਸਟਲ ਏਰੀਆ ਜਿਵੇਂ ਉੜੀਸਾ, ਈਸਟਰਨ ਕੋਸਟਲ ਏਰੀਆ, ਇਹਨਾਂ ਦੇ ਵਿੱਚ ਜ਼ਿਆਦਾਤਰ ਇਹ ਮਿਲ ਜਾਂਦੀ ਹੈ। ਫਿਰ ਆ ਜਾਂਦੀ ਹੈ ਸਾਡੇ ਕੋਲ ਮਾਊਂਟੇਨ ਸੋਇਲ। ਇਹ 7.2% ਜਿਹੜਾ ਟੋਟਲ ਸੋਇਲ ਦਾ ਏਰੀਆ ਵਾ ਸਾਡੀ ਕੰਟਰੀ ਦਾ ਉਹ ਇਹ ਤੋਂ ਹੀ ਬਣਦਾ ਵਾ, ਮਾਊਂਟੇਨਸ ਤੋਂ ਹੀ।
ਇਹ ਜ਼ਿਆਦਾਤਰ ਸਾਨੂੰ ਦੇਖਣ ਨੂੰ ਮਿਲਦਾ ਵਾ ਹਿਮਾਲਿਆ ਅਤੇ ਹਿਮਾਲਿਆ ਨੀਅਰ ਬਾਏ, ਅਤੇ ਇਹਨਾਂ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਫਸਲਾਂ ਹੁੰਦੀਆਂ ਨੇ ਉਹ ਟੀ ਹੁੰਦੀਆਂ ਨੇ, ਤਾਂ ਕਰਕੇ ਇਹਨਾਂ ਨੂੰ ਜ਼ਿਆਦਾਤਰ ਟੀ ਸੋਇਲ ਵੀ ਕਿਹਾ ਜਾਂਦਾ ਵਾ। ਅਸਾਮ ਸੂਮ ਸਾਈਡ ਜ਼ਿਆਦਾ ਦੇਖਣ ਨੂੰ ਮਿਲ ਜਾਂਦੀਆਂ ਨੇ। ਸੋਇਲ ਇਰੀਸ਼ਨ ਕੀ ਹੁੰਦਾ, ਮਿੱਟੀ ਦਾ ਖੁਰਨਾ ਕੀ ਹੁੰਦਾ ਵਾ, ਇਹ ਜ਼ਿਆਦਾਤਰ ਕੀ ਹੁੰਦਾ, ਸ਼ੀਟ ਇਰੀਜ਼ਨ, ਜਿਹੜੇ ਕਿ ਸ਼ੀਟ ਜਿਹੜੀ ਉੱਪਰਲੀ ਲੇਅਰ ਆ ਉਹਨੂੰ ਹਵਾ ਜਾਂ ਪਾਣੀ ਜਿਹੜਾ ਵਾ ਰੋੜ ਕੇ ਲੈ ਜਾਏ ਉਹਨੂੰ ਸ਼ੀਟ ਇਰੀਸ਼ਨ ਕਿਹਾ ਜਾਂਦਾ। ਅੱਗੇ ਆਉਂਦਾ ਮਿਲ ਇਰੀਸ਼ਨਸ, ਇਹ ਹੁੰਦਾ ਹੈਵੀ ਰੇਨਫਾਲ ਦੇ ਕਰਕੇ ਜਾਂ ਵਾਟਰ ਫਲੋ ਜਿਹੜਾ ਵਾ ਉਹ ਤੇਜ਼ੀ ਨਾਲ ਚੱਲੇ ਅਤੇ ਸਮੋਲ ਚੈਨਲ ਜਿਹੜਾ ਵਾ ਲੈਂਡ ਦਾ ਉਹਨੂੰ ਕੱਟ ਕੇ ਲੈ ਜਾਵੇ, ਤਾਂ ਇਹਨੂੰ ਅਸੀਂ ਇਹ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਬੈਡ ਲੈਂਡ ਜਾਂ ਗੋਲਫੀ ਇਰੋਸ਼ਨਸ, ਇਹ ਜ਼ਿਆਦਾਤਰ ਇਰੋਸ਼ਨ ਸਾਨੂੰ ਉਦੋਂ ਮਿਲਦਾ ਵਾ ਜਦੋਂ ਬਰਾਊਨ ਕੱਟ ਹੋ ਜਾਂਦਾ ਹਵਾ ਦਾ, ਅਤੇ ਜ਼ਿਆਦਾਤਰ ਜਾਂ ਡੀਪ ਪਾਣੀ ਜਿਹੜਾ ਵਾ ਉਹ ਧਰਤੀ ਦੇ ਅੰਦਰ ਜਾਣ ਲੱਗ ਜਾਂਦਾ, ਤਾਂ ਉਦੋਂ ਇਹ ਇਰੋਸ਼ਨ ਜਿਹੜਾ ਵਾ ਉਹ ਰਾਈਜ਼ ਹੋ ਜਾਂਦਾ ਵਾ। ਏਰੀਆ ਆਫ ਇਰੋਸ਼ਨਸ, ਬਹੁਤ ਸਾਰੇ ਏਰੀਆ ਨੇ ਜਿੱਥੇ ਵੀ ਕੁਦਰਤੀ ਬਨਸਪਤੀ ਦੀ ਘਾਟ ਹੋਣ ਕਰਕੇ ਇਹ ਏਰੀਆ, ਜਾਂ ਨਦੀਆਂ ਦੇ ਕੋਲ ਹੋਣ ਕਰਕੇ ਇਹ ਨਦੀਆਂ ਜਿਹੜੀਆਂ ਨੇ ਉਹਦੇ ਨਾਲ ਮਿੱਟੀ ਜਿਹੜੀ ਆ ਉਹ ਜ਼ਿਆਦਾ ਉੱਡ ਜਾਂਦੀ ਹੈ, ਜਾਂ ਤੇਜ਼ ਹਵਾਵਾਂ ਦੇ ਕਰਕੇ ਜਿਹੜੀ ਆ ਸਲੋਪ ਦੇ ਕਰਕੇ ਇਹ ਸੋਇਲ ਇਰੋਸ਼ਨ ਸਾਨੂੰ ਦੇਖਣ ਨੂੰ ਮਿਲ ਜਾਂਦਾ। ਇਹਦੇ ਨਾਲ ਕੀ ਹੁੰਦਾ, ਸਾਡੀ ਜਿਹੜੀ ਫਰਟੀਲਿਟੀ ਆ ਲੈਂਡ ਦੀ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਆ, ਅਤੇ ਸਾਡੀ ਜਿਹੜੀ ਐਨੀਮਲਸ ਜਾਂ ਹੋਰ ਸਾਰੀ ਐਗਰੀਕਲਚਰਸ ਲੈਂਡ ਜਿਹੜੀਆਂ ਨੇ ਉਹ ਕੀ ਹੁੰਦੀਆਂ ਨੇ, ਇਨਫਰਟਾਈਲ ਹੋਣ ਕਰਕੇ ਇੱਥੇ ਕੋਈ ਫਸਲ ਜਿਹੜੀ ਉਹ ਨਹੀਂ ਬੀਜੀ ਜਾ ਸਕਦੀ। ਸੋਇਲ ਕੰਜ਼ਰਵੇਸ਼ਨ, ਸੋਇਲ ਨੂੰ ਕਿਉਂ ਸੁਰੱਖਿਅਤ ਬਚਾਉਣਾ ਚਾਹੀਦਾ, ਉਹਨੂੰ ਬਚਾਉਣ ਦੇ ਕਈ ਤਰੀਕੇ ਨੇ ਵੀ। ਜੰਗਲ ਲਗਾਉਣੇ ਚਾਹੀਦੇ ਆ ਸਾਨੂੰ, ਜਾਂ ਫਿਰ ਕੀ ਕਰਨੇ ਚਾਹੀਦੇ, ਡੈਮ ਬਣਾਉਣੇ ਚਾਹੀਦੇ ਆ ਨਹਿਰਾਂ ਦੇ ਉੱਤੇ, ਜਾਂ ਕੀ ਆ ਫਲੱਡ ਦੇ ਕਰਕੇ ਉਹਨਾਂ ਵਿੱਚ ਕੋਈ ਜ਼ਿਆਦਾਤਰ ਪ੍ਰੋਬਲਮ ਕ੍ਰੀਏਟ ਨਾ ਹੋਵੇ। ਇਸ ਤੋਂ ਇਲਾਵਾ ਸਾਨੂੰ ਕੀ ਆ, ਕਈ ਏਰੀਆਜ਼ ਦੇ ਵਿੱਚ ਜਿਹੜੇ ਨੇ ਗਰਾਸ ਉਹ ਲਗਾਉਣੇ ਚਾਹੀਦੇ, ਕਿਉਂਕਿ ਗਰਾਸ ਵੀ ਜਿਹੜੇ ਨੇ ਉਹ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਆ ਅਤੇ ਉਹਦੀ ਫਰਟੀਲਿਟੀ ਨੂੰ ਇਨਕਰੀਜ਼ ਕਰ ਦਿੰਦੇ ਆ। ਇਹ ਸੀਗਾ ਸਾਡਾ ਅੱਜ ਦਾ ਚੈਪਟਰ। ਆਈ ਹੋਪ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਊਗਾ, ਅਤੇ ਪੂਰੀ ਵੀਡੀਓ ਦੇਖਣ ਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦਾ ਵਾਂ। ਜਸਟ ਟੂ ਇਟ ਫॉर ਬ੍ਰਾਈਟ ਫਿਊਚਰ, ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਜਿਹੜੀਆਂ ਨੇ ਉਹ ਹੁਣ ਆਪਾਂ ਜਿਹੜਾ ਚੈਨਲ 'ਤੇ ਆ ਉਹਨੂੰ ਅਪਲੋਡ ਕਰਨਾ ਸ਼ੁਰੂ ਕਰ ਦਾਂਗੇ, ਅਤੇ ਤੁਹਾਨੂੰ ਜਿੰਨਾ ਵੀ ਹੋ ਸਕੇ, ਜੇਕਰ ਕਿਸੇ ਬੱਚੇ ਨੂੰ ਕਿਸੇ ਵੀ ਟੌਪਿਕਸ ਦੇ ਵਿੱਚ ਪ੍ਰੋਬਲਮ ਆਏਗੀ ਤਾਂ ਉਹਨੂੰ ਮੈਨੂੰ ਕਮੈਂਟਸ ਦੇ ਵਿੱਚ ਲਿਖਣਾ ਵਾ, ਅਤੇ ਉਹਦੇ ਅਕੋਰਡਿੰਗ ਹੀ ਆਪਾਂ ਜਿਹੜੀਆਂ ਵੀਡੀਓਜ਼ ਨੂੰ ਡਿਜ਼ਾਈਨ ਕਰਿਆ ਕਰਾਂਗੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਵੀਡੀਓ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਥੈਂਕਸ ਅ ਲੋਟ।